देश दुनिया च वसते पंजाबियों को खुश आमदीद। मैं हरजिंदर सिंह रंधावा, तुम देख रहे हो पंजाब टैलीविजन और मेरे नाल ने सीनियर जर्नलिस्ट सरदार जगतार सिंह जी और सरदार हमीर सिंह जी। मैं जी आया आखदा। थैंक यू जी, शुक्रिया जी। ਅਸੀਂ ਗੱਲ ਅੱਜ ਕਰਾਂਗੇ ਦੋ ਵੱਡੇ ਮਸਲਿਆਂ ਦੇ ਉੱਤੇ, ਸਿਆਸਤ ਨਾਲ ਜੁੜੇ ਨੇ। ਇੱਕ ਤਾਂ ਮਾਮਲਾ ਹੈ ਕਿ ਕੀ ਸ਼੍ਰੋਮਣੀ ਅਕਾਲੀ ਦਲ ਬਾਦਲ ਸਰਵਾਈਵ ਕਰ ਜਾਏਗਾ। ਅਕਸਰ ਜਦੋਂ ਵੀ ਅਸੈਂਬਲੀ ਲੜੀ, ਜਦੋਂ ਵੀ ਕੋਈ ਸਿਆਸੀ ਚੋਣ ਜਿੱਤੀ, ਉਸ ਤੋਂ ਪਹਿਲਾਂ ਅਕਸਰ ਧਾਰਮਿਕ ਚੋਣਾਂ ਦੇ ਵਿੱਚੋਂ ਉਹ ਫਤਿਹ ਹਾਸਲ ਕਰਦਾ ਰਿਹਾ। ਅੱਜ ਇੱਕ ਵਾਰੀ ਫਿਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਸਤਕ ਦੇ ਗਈਆਂ ਔਰ ਵੋਟਾਂ ਬਣ ਰਹੀਆਂ ਨੇ। 30 ਤਰੀਕ ਤੱਕ 1 ਤੋਂ 30 ਤੱਕ ਇਹ ਵੋਟਾਂ ਬਣਨੀਆਂ ਨੇ। ਸੁਖਬੀਰ ਸਿੰਘ ਬਾਦਲ ਆਪਣੀ ਕੋਰ ਕਮੇਟੀ ਨੂੰ ਮਿਲਣ ਤੋਂ ਬਾਅਦ ਇਹ ਫੈਸਲਾ ਕਰਦੇ ਆ ਕਿ ਅਸੀਂ ਗਹਿਗੱਚ ਚੋਣ ਲੜਾਂਗੇ ਔਰ ਉਹ ਦਾਅਵਾ ਕਰ ਦਿੰਦੇ ਆ ਕਿ ਕਾਂਗਰਸ, ਬੀਜੇਪੀ ਔਰ ਆਰਐਸਐਸ ਦੇ ਬਿਠਾਏ ਮਹੰਤਾਂ ਨਾਲ ਲੜਾਂਗੇ, ਉਹਨਾਂ ਤੋਂ ਆਜ਼ਾਦ ਕਰਾਵਾਂਗੇ ਗੁਰੂ ਘਰ। ਇਹ ਸਵਾਲ ਉਨਾ ਹੀ ਵੱਡਾ ਹੈ ਜਿੰਨਾ ਵੱਡਾ ਪੰਜਾਬ ਦੇ ਵਿੱਚ ਸ਼੍ਰੋਮਣੀ ਕਮੇਟੀ ਚੋਣਾਂ ਦਾ ਹੈ। ਜਦੋਂ ਤੋਂ ਹਰਿਆਣਾ ਕਮੇਟੀ ਹੋਂਦ ਵਿੱਚ ਆਈ ਹੈ, ਉਸ ਤੋਂ ਬਾਅਦ ਹਰਿਆਣੇ ਦੇ ਵਿੱਚ ਕੋਈ ਬਹੁਤ ਵੱਡਾ ਧੜਾ ਬਣ ਨਹੀਂ ਸਕਿਆ ਤੇ ਜਿੰਨੇ ਵੀ ਧੜੇ ਇਕੱਠੇ ਹੋਏ ਸੀ ਉਹਨਾਂ 'ਚ ਫੁੱਟ ਸਾਫ਼ ਦਿਸਦੀ ਹੈ ਕਿ ਸੁਖਬੀਰ ਸਿੰਘ ਬਾਦਲ ਆਪਣੀਆਂ ਕਮੀਆਂ ਕਮਜ਼ੋਰੀਆਂ 'ਚੋਂ ਉੱਭਰਦੇ ਹੋਏ ਉੱਥੇ ਜਿੱਤ ਦਾ ਪਰਚਮ ਲਹਿਰਾ ਸਕਣਗੇ, ਜਿੱਥੋਂ ਉਹਨਾਂ ਦੀ ਜ਼ਮੀਨ, ਖੁਰਦੀ ਹੋਈ ਜ਼ਮੀਨ ਇੱਕ ਵਾਰੀ ਫਿਰ ਉਹਨਾਂ ਨੂੰ ਵਾਪਸ ਮਿਲ ਜਾਊਗੀ। ਇਹ ਸਵਾਲ ਐਡੇ ਵੱਡੇ ਨੇ ਜਿਨ੍ਹਾਂ ਸਵਾਲਾਂ ਦੇ ਸਾਹਮਣੇ ਪੰਜਾਬ ਦੀ ਰਾਜਨੀਤੀ ਬਿਲਕੁਲ ਖੜੀ ਹੈ, ਖੇਤਰੀ ਪਾਰਟੀ ਦੀ ਰਾਜਨੀਤੀ ਖੜੀ ਹੈ। ਜੇ ਸ਼੍ਰੋਮਣੀ ਅਕਾਲੀ ਦਲ ਇਸ ਰੂਪ ਵਿੱਚ ਨਹੀਂ, ਫਿਰ ਕਿਸ ਰੂਪ ਵਿੱਚ ਪੰਜਾਬ ਦੀ ਪੋਲਿਟਿਕਸ ਖੇਤਰਵਾਦ ਦੇ ਨਜ਼ਰੀਏ ਤੋਂ ਅੱਗੇ ਵਧੇਗੀ? ਇਸ ਮਾਮਲੇ ਨੂੰ ਐਡਰੈਸ ਕਰਦੇ ਹਾਂ। ਅਸੀਂ ਸਵੇਰੇ ਟੱਚ ਕੀਤਾ ਸੀ, ਪਰ ਹੁਣ ਇਹਨੂੰ ਅਸੀਂ ਨਿੱਠ ਕੇ ਗੱਲ ਕਰਾਂਗੇ ਕਿਉਂਕਿ ਦੋਵੇਂ ਮਾਹਿਰ ਇਹਨਾਂ ਮਾਮਲਿਆਂ ਦੇ ਵਿੱਚ ਇਕੱਲੇ ਐਕਸਪਰਟ ਹੀ ਨਹੀਂ, ਰੂਹਾਨੀ ਤੌਰ ਤੇ ਵੀ, ਰੂਹਦਾਰੀ ਦੇ ਤੌਰ ਤੇ ਵੀ ਜੁੜੇ ਹੋਇਆ। ਦੂਜਾ ਮਾਮਲਾ, ਅਕਸਰ ਜਦੋਂ ਵੀ ਪੰਜਾਬ ਦੇ ਵਿੱਚ ਦੋ ਸੱਤਾ ਟਕਰਾਉਣ ਦੀ ਗੱਲ ਹੁੰਦੀ ਆ, ਮੁੱਖ ਮੰਤਰੀ ਔਰ ਗਵਰਨਰ ਦੀ ਟਸਲ ਦੀ ਗੱਲ ਹੁੰਦੀ ਹੈ, ਤਾਂ ਅਕਸਰ ਪੁੱਛਿਆ ਜਾਂਦਾ ਕਿ ਕੀ ਇਹ ਕੋਈ ਡਿਜ਼ਾਈਨ, ਕੀ ਇਹ ਸਭ ਸਕ੍ਰਿਪਟਡ ਆ, ਇਹ ਵੀ ਨੂਰਾ ਕੁਸ਼ਤੀ ਹੈ, ਕੀ ਇਹ ਸਾਰਾ ਕੁਝ ਇੱਕ ਨਿਰਧਾਰਿਤ ਫਿਨੋਮਨਾ ਹੈ ਜਾਂ ਫਿਰ ਸੱਚਮੁੱਚ ਦੀ ਲੜਾਈ ਹੈ? ਇਹਦੇ ਸੰਬੰਧੀ ਇੱਕ ਬਿਆਨ ਕਾਫੀ ਤਿੱਖਾ ਤੇ ਤਲਖ ਹੈ ਔਰ ਕਾਫੀ ਚੀਜ਼ਾਂ ਨੂੰ ਕਲੀਅਰ ਕਰਨ ਲਈ ਉਹ ਆਧਾਰ ਬਣ ਸਕਦਾ, ਜਿੱਤੇ ਗੱਲਬਾਤ ਕਰਾਂਗੇ। ਹਰਿਆਣਾ ਦੇ ਮੁੱਖ ਮੰਤਰੀ ਜਦੋਂ ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਟਿੱਪਣੀ ਦਿੰਦੇ ਆ, ਜਿਹਦੇ ਉੱਤੇ ਹਰਜੋਤ ਬੈਂਸ ਰਿਐਕਸ਼ਨ ਵੀ ਦਿੰਦੇ ਆ, ਤਾਂ ਇਸ ਮਾਮਲੇ ਨੂੰ ਦੇਖਣਾ ਬਣਦਾ ਹੈ ਕਿ ਹਰਿਆਣਾ ਜਿਹੜਾ ਨੂੰਹ ਵਰਗੀ ਸਥਿਤੀ ਫੇਸ ਕਰ ਰਿਹਾ, ਪੰਜਾਬ ਜਿਹਨੇ ਕਦੇ ਵੀ ਇੱਥੇ ਰਿਸ਼ਤਿਆਂ ਦੇ ਵਿੱਚ ਦਰਾਰ ਦੇਖੀ ਨਹੀਂ, ਭਾਵੇਂ ਹਾਲਾਤ ਕਿੰਨੇ ਵੀ ਬਦਤਰ ਰਹੇ ਹੋਣ, ਅਮਨ ਕਾਨੂੰਨ ਦੀਆਂ ਸਥਿਤੀਆਂ ਨੂੰ ਪ੍ਰਭਾਸ਼ਿਤ ਕਰਨ ਲਈ ਜੇ ਢੁਕਵੇਂ ਬੰਦੇ ਨੇ, ਤਾਂ ਫਿਰ ਗਵਰਨਰ ਸਾਹਿਬ ਵੱਲੋਂ ਲਿਖੇ ਪੱਤਰ ਦੇ ਵਿੱਚ ਇਹ ਮਾਮਲੇ ਉਠਾਏ ਜਾਣ ਨੂੰ ਕਿਸ ਜਗ੍ਹਾ ਤੋਂ ਸਿੱਧਤ ਦੇਖੀਏ? ਇਹਨਾਂ ਦੋ ਮਾਮਲਿਆਂ ਨੂੰ ਅੱਗੇ ਵਧਾਵਾਂਗੇ। ਸਭ ਤੋਂ ਪਹਿਲਾਂ ਸਰਦਾਰ ਜਗਤਾਰ ਸਿੰਘ ਜੀ, ਇਸ ਮੋੜ ਤੇ ਜਦੋਂ ਅਕਾਲੀ ਦਲ ਆਪਣੀ ਹੋਂਦ ਦੀ ਲੜਾਈ ਲੜ ਰਿਹਾ, ਮੁੜ ਜੀਵੰਤ ਹੋਣ ਲਈ ਲਗਾਤਾਰ ਕੋਸ਼ਿਸ਼ ਕਰ ਰਿਹਾ, ਕੱਲ ਦੀ ਕੋਰ ਕਮੇਟੀ ਦੇ ਫੈਸਲੇ, ਸੁਖਬੀਰ ਬਾਦਲ ਦਾ ਐਲਾਨਨਾਮਾ, ਹਰਿਆਣੇ ਦੀਆਂ ਚੋਣਾਂ ਦਾ ਬਿਗਲ ਵੱਜਣਾ, ਹਾਲਾਂਕਿ ਅਜੇ ਤਾਂ ਵੋਟਾਂ ਹੀ ਬਣ ਰਹੀਆਂ, ਉੱਥੇ ਅਕਾਲੀ ਦਲ ਨੂੰ ਕਿੰਨੀ ਕੁ ਜ਼ਮੀਨ ਮਿਲ ਜੂ? ਦਿੱਲੀੋਂ ਆਣ ਕੇ ਬੈਠਣਗੇ ਨਹੀਂ ਬੀਜੇਪੀ ਵਾਲੇ ਲੋਕ, ਜਿਹੜੇ ਅੱਜ ਵੱਡੇ ਸਿੱਖ ਚਿਹਰੇ ਸੀ ਇਹਨਾਂ ਦੇ ਨਾਲ ਸੀ, ਅੱਜ ਕੱਲ ਵੱਖਰੇ ਨੇ। ਹਰਿਆਣੇ ਦੇ ਵਿੱਚ ਕਿਸ ਤਰ੍ਹਾਂ ਨਾਲ ਇਲੈਕਸ਼ਨ ਲੜੀ ਜਾਊਗੀ? ਅਕਾਲੀ ਦਲ ਨੂੰ ਕੁਝ ਬਣਦਾ ਹਿੱਸਾ ਮਿਲਦਾ ਦਿਸਦਾ? ਕੀ ਅਕਾਲੀ ਦਲ ਇੱਕ ਵਾਰੀ ਮੁੜ ਕੇ ਰਿਵਾਈਵ ਹੋ ਸਕਦਾ? ਅਕਾਲੀ ਦਲ ਦੀ ਸਰਵਾਈਵਲ ਦੇ ਵਿੱਚ ਇਹ ਮੀਲ ਪੱਥਰ ਸਾਬਤ ਹੋ ਸਕਦੀ ਚੋਣ? ਆਪਾਂ ਸ਼ੁਰੂ ਕਰਦੇ ਹਾਂ ਹਰਿਆਣੇ ਤੋਂ, ਉਸ ਤੋਂ ਬਾਅਦ ਇਹ ਅੱਗੇ ਲੈ ਕੇ ਚੱਲਦੇ ਹਾਂ ਆਪਾਂ ਕਿ ਬਰਾਡਰ ਲੈਵਲ ਤੇ ਅਕਾਲੀ ਦਲ ਰਿਵਾਈਵ ਹੋ ਸਕਦਾ ਹੈ। ਮੈਂ ਮਾਈਕਰੋ ਲੈਵਲ ਤੋਂ ਗੱਲ ਸ਼ੁਰੂ ਕਰਦਾ ਹਾਂ ਵੀ ਹਰਿਆਣਾ ਵੀ ਹੈ ਕੀ, ਤੇ ਉੱਥੇ ਜਿਹੜੀ ਕੱਲ ਕੋਰ ਕਮੇਟੀ 'ਚ ਇਹਨਾਂ ਨੇ ਫੈਸਲਾ ਲਿਆ, ਉਹਦੀ ਕੀ ਬੈਕਗਰਾਉਂਡ ਹੈ ਤੇ ਇਹਦੇ ਅੱਗੇ ਦੂਰਗਾਮੀ ਅਸਰ ਕੀ ਹੋਣਗੇ ਜੀ? ਕੀ ਇਹ ਇਲੈਕਸ਼ਨ ਲੜਨ ਦੇ ਸਥਿਤੀ ਦੇ ਵਿੱਚ ਹੈ ਕਿ ਨਹੀਂ? ਦਿੱਲੀ ਦੇ ਆਪਣੇ ਹਰਿਆਣੇ ਦੇ ਵਿੱਚ ਬੜੇ ਸਾਲਾਂ ਦੀ ਸੰਘਰਸ਼ ਤੋਂ ਬਾਅਦ ਹਰਿਆਣਾ ਕਮੇਟੀ, ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖ ਹੋ ਗਈ। ਹਰਿਆਣਾ ਸਰਕਾਰ ਨੇ ਕਾਨੂੰਨ ਬਣਾਤਾ, ਕਾਨੂੰਨ ਸੁਪਰੀਮ ਕੋਰਟ ਤੱਕ ਗਿਆ, ਸੁਪਰੀਮ ਕੋਰਟ ਨੇ ਜਸਟੀਫਾਈ ਕਰਤਾ ਪਿਛਲੇ ਸਾਲ, ਤੇ ਉਹ ਤੇ ਮੋਹਰ ਲੱਗ ਗਈ ਤੇ ਹਰਿਆਣਾ ਸਰਕਾਰ ਨੇ ਅਕੋਰਡਿੰਗਲੀ ਇੱਕ ਐਡਾਕ ਕਮੇਟੀ ਬਣਾਤੀ ਤੇ ਹੁਣ 1 ਸਤੰਬਰ ਤੋਂ ਉੱਥੇ ਵੋਟਾਂ ਬਣਨੀਆਂ ਸ਼ੁਰੂ ਹੋ ਰਹੀਆਂ, ਇਲੈਕਸ਼ਨ ਹੋਣੀ ਐਜ਼ ਪਰ ਦੀ ਐਕਟ। ਜਿਸ ਢੰਗ ਨਾਲ ਪੰਜਾਬ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਇਲੈਕਸ਼ਨ ਹੁੰਦੀ ਹੈ,
ਉਸ ਤਰ੍ਹਾਂ ਹੀ ਹਰਿਆਣੇ ਦੀ ਹੁਣ ਇਲੈਕਸ਼ਨ ਹੋਏਗੀ। ਤੇ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਅਸੀਂ ਪੂਰੇ ਜ਼ੋਰ ਸ਼ੋਰ ਨਾਲ ਹਰਿਆਣਾ ਕਮੇਟੀ ਦੀ ਇਲੈਕਸ਼ਨ ਲੜਾਂਗੇ। ਬੜੀ ਵਧੀਆ ਗੱਲ ਆ, ਤਰੀਕਾ ਵੀ ਇਹੀ ਹੁੰਦਾ, ਲੜਨੀ ਵੀ ਚਾਹੀਦੀ ਹੈ। ਹੁਣ ਕੁਝ ਬੈਕਗਰਾਉਂਡ ਹੈ ਸਾਰੀ ਗੱਲ 'ਚ। ਇਹ ਬਹੁਤ ਪੁਰਾਣਾ ਮਸਲਾ ਸੀਗਾ ਹਰਿਆਣੇ ਦੇ ਸਿੱਖਾਂ ਦਾ, ਤੇ ਇੱਕ ਸਟੇਜ ਤੇ ਜਦੋਂ ਇਹ ਮਸਲਾ ਉੱਠਿਆ ਤੇ ਉਦੋਂ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਗੁਰਚਰਨ ਸਿੰਘ ਟੌਹੜਾ ਹੁੰਦੇ ਸੀਗੇ, ਉਹਨਾਂ ਨੇ ਇੱਕ ਵਾਇਆ ਮੀਡੀਆ ਕੱਢਿਆ ਸੀਗਾ ਬਈ ਤੁਹਾਨੂੰ ਹਰਿਆਣੇ ਦੀ ਸਬ ਕਮੇਟੀ ਬਣਾ ਕੇ ਤੁਹਾਨੂੰ ਆਟੋਨਮੀ ਦੇ ਦਿੰਦੇ ਆ, ਤੁਹਾਡਾ ਆਹ ਬਜਟ ਹੈ, ਤੁਸੀਂ ਜੋ ਕਰਨਾ ਆਪਣੇ ਗੁਰਦੁਆਰਿਆਂ ਦਾ ਕਰੋ। ਉਹ ਤਰੀਕਾ ਸੀ ਇੱਕ, ਲੇਕਿਨ ਉਹਨਾਂ ਦੇ ਜਾਣ ਤੋਂ ਬਾਅਦ ਉਹ ਸਿਸਟਮ ਕਿਤੇ ਖਤਮ ਹੋ ਗਿਆ। ਹਾਲਤ ਇਹ ਸੀ ਕਿ ਜਿਸ ਇੰਪਲਾਈ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਨਿਸ਼ਮੈਂਟ ਦੇਣੀ ਹੁੰਦੀ ਸੀਗੀ, ਉਹਦੀ ਡਿਊਟੀ ਹਰਿਆਣੇ ਦੇ ਕਿਸੇ ਗੁਰਦੁਆਰੇ 'ਚ ਲਾ ਦਿੰਦੇ ਸੀ, ਟ੍ਰਾਂਸਫਰ ਕਰ ਦਿੰਦੇ ਸੀ ਉਹਨੂੰ। ਮਤਲਬ ਇਸ ਤਰ੍ਹਾਂ ਹਰਿਆਣੇ ਨੂੰ ਸੈਕੰਡ ਰੇਟ ਜਿਵੇਂ ਸਿਟੀਜ਼ਨ ਹੁੰਦਾ ਹੈ ਨਾ, ਉਸ ਤਰ੍ਹਾਂ ਟ੍ਰੀਟ ਕੀਤਾ ਜਾ ਰਿਹਾ ਸੀਗਾ। ਉਹਦਾ ਰਿਐਕਸ਼ਨ ਇੱਕ ਤਾਂ ਹੁੰਦਾ ਹੈ, ਦੂਸਰਾ ਜਿਹੜੇ ਲੀਡਰਸ਼ਿਪ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਹਰਿਆਣੇ ਦੀ ਐਨਕਰੇਜ ਕੀਤੀ, ਉੱਥੇ ਵੀ ਰੌਲਾ ਪਿਆ। ਸੋ ਅਲਟੀਮੇਟਲੀ ਗੱਲ ਚਲਦੀ ਉਹਨਾਂ ਨੇ ਵੱਖਰੀ ਕਮੇਟੀ ਬਣਾਉਣ 'ਚੋਂ ਕਾਮਯਾਬ ਹੋ ਗਏ। ਹੁਣ ਜਦੋਂ ਕਮੇਟੀ ਬਣ ਗਈ, ਇਹਨਾਂ ਨੇ ਅਪੋਜ਼ ਬੜਾ ਕੀਤਾ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ, ਸ਼੍ਰੋਮਣੀ ਅਕਾਲੀ ਦਲ ਨੇ ਵੀ। ਤੇ ਜਦੋਂ ਬਣ ਗਈ, ਆਪਾਂ ਜੇ ਪਿੱਛੇ ਧਿਆਨ ਮਾਰੀਏ ਤੇ ਇਹਨਾਂ ਨੇ ਬੜੀਆਂ ਕਾਲ ਦਿੱਤੀਆਂ, ਲੋਕਾਂ ਨੇ ਸਾਥ ਨਹੀਂ ਦਿੱਤਾ ਇਹਨਾਂ ਦਾ ਕੋਈ ਡੈਮੋਨਸਟ੍ਰੇਸ਼ਨ ਕਰਨ ਤੇ। ਔਰ ਜਿਹੜਾ ਰਿਐਕਸ਼ਨ ਸੀ ਇਹਨਾਂ ਦਾ ਇਹ ਸੀ ਕਿ ਇਹ ਆਪਰੇਸ਼ਨ ਬਲੂ ਸਟਾਰ ਤੋਂ ਵੱਡਾ ਹਮਲਾ ਸਿੱਖਾਂ ਤੇ ਹੋਇਆ ਹੈ ਜਿਹੜੀ ਹਰਿਆਣਾ ਦੀ ਕਮੇਟੀ ਬਣੀ ਹੈ। ਇਹਨਾਂ ਨੇ ਉਸ ਵੇਲੇ ਇਹ ਸਟੈਂਡ ਲਿਆ ਸੀਗਾ। ਹੁਣ ਜਿਹੜੀ ਗੱਲ ਮੈਂ ਪੋਸਟ ਕਰਨ ਲੱਗਿਆ ਉਹ ਬੜੀ ਸਿੰਪਲ ਜੀ ਹੈ। ਉਸ ਵੇਲੇ ਤੁਸੀਂ ਹਰਿਆਣੇ ਦੇ ਸਿੱਖਾਂ ਦਾ ਜਿਹੜਾ ਫੈਸਲਾ ਸੀ ਆਪਣੀ ਕਮੇਟੀ ਬਣਾਉਣ ਦਾ, ਪੂਰਾ ਜ਼ੋਰ ਲਾ ਕੇ ਅਪੋਜ਼ ਕੀਤਾ ਸੀ। ਹੁਣ ਤੁਸੀਂ ਉਹਨਾਂ ਦੀਆਂ ਹੀ ਵੋਟਾਂ ਕੀ ਕਹਿ ਕੇ ਮੰਗੋਗੇ ਵੀ ਅਸੀਂ ਤਾਂ ਤੁਹਾਨੂੰ ਅਪੋਜ਼ ਕੀਤਾ, ਪਰ ਵੋਟਾਂ ਤੁਸੀਂ ਸਾਨੂੰ ਦਿਓ। ਸ਼੍ਰੋਮਣੀ ਅਕਾਲੀ ਦਲ ਮੁਲਕ ਦੇ ਵਿੱਚ ਫੈਡਰਲਿਜ਼ਮ ਦਾ ਸਭ ਤੋਂ ਵੱਡਾ ਮੁੱਦਾ ਹੀ ਰਿਹਾ ਹੈ। ਇਸ ਮਾਮਲੇ ਦੇ ਵਿੱਚ ਇਹਨਾਂ ਨੇ ਫੈਡਰਲਿਜ਼ਮ ਦੇ ਬੇਸਿਕ ਪ੍ਰਿੰਸੀਪਲ ਨੂੰ ਹੀ ਅਪੋਜ਼ ਕੀਤਾ। ਜੇ ਤੁਸੀਂ ਆਪਣੀ ਇੱਕ ਯੂਨਿਟ ਨੂੰ ਆਟੋਨਮੀ ਨਹੀਂ ਦੇ ਸਕਦੇ, ਇੰਡੀਪੈਂਡੈਂਸ ਨਹੀਂ ਦੇ ਸਕਦੇ, ਫਿਰ ਤੁਸੀਂ ਫੈਡਰਲਿਜ਼ਮ ਦੇ ਮੁੱਦਈ ਕਿਵੇਂ ਹੈ ਬਈ? ਪ੍ਰੈਕਟਿਸ ਤੁਹਾਡੀ ਬਿਲਕੁਲ ਹੀ ਉਲਟ ਹੈ। ਗੱਲ ਕਰਨੀ ਹੋਰ ਗੱਲ ਹੁੰਦੀ ਹੈ, ਪ੍ਰੈਕਟਿਸ ਕਰਨੀ ਹੋਰ ਗੱਲ ਹੁੰਦੀ ਹੈ। ਸੋ ਇਹ ਸਟੈਂਡ ਮੈਂ ਇੱਥੋਂ ਗੱਲ ਕਰਦਾ, ਜਦੋਂ ਇੰਨਾ ਡਟ ਕੇ ਤੁਸੀਂ ਵਿਰੋਧ ਕੀਤਾ ਹੋਵੇ ਤੇ ਉਦੋਂ ਕੀ ਤੁਹਾਡਾ ਸਟੈਂਡ ਇਸ ਸਾਰੇ ਇਸ਼ੂ ਬਾਰੇ ਕੀ ਹੋਏਗਾ? ਪਹਿਲੀ ਗੱਲ ਤਾਂ ਇਹ ਹੈ। ਦੂਜੀ ਗੱਲ, ਹਰਿਆਣੇ ਦੇ ਵਿੱਚ ਸਪੇਸ ਬਿਲਕੁਲ ਖਾਲੀ ਪਈ ਹੈ। ਉੱਥੇ ਜਿਹੜੇ ਸੋ ਕਾਲਡ ਲੀਡਰ ਉੱਠੇ ਸਾਹਮਣੇ ਆਏ, ਹੁਣ ਪਿੱਛੋਂ ਹਫ਼ਤਾ ਪਹਿਲਾਂ ਉਹਨਾਂ ਦੀ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਦੇ ਵਿੱਚ ਗਾਲੋ ਗਾਲੀ 2 ਲੀਡਰ ਹੋਏ। ਮਤਲਬ ਦੈਟ ਉਹ ਐਕਸਟ੍ਰੀਮ ਹੈ ਕਿ ਸਿੱਖ ਲੀਡਰਸ਼ਿਪ ਦਾ ਉੱਥੇ ਕੱਦ ਕਿੰਨਾ ਛੋਟਾ ਹੈ ਕਿ ਕੀ ਉਹ ਹਰਿਆਣੇ ਦੇ ਸਿੱਖਾਂ ਨੂੰ ਇਹੋ ਜਿਹੀ ਲੀਡਰਸ਼ਿਪ ਅਗਵਾਈ ਦੇ ਸਕਦੀ ਹੈ? ਨਹੀਂ ਦੇ ਸਕਦੀ। ਸੋ ਇਹ ਬੜੀ ਅਜੀਬ ਜੀ ਸਿਚੁਏਸ਼ਨ ਬਣ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦਾ ਹਰਿਆਣੇ ਦੀ ਸਿਆਸਤ ਦੇ ਵਿੱਚ ਰੋਲ ਬੜੇ ਸਾਲ ਪਹਿਲਾਂ ਘਟ ਗਿਆ ਸੀ, ਬਿਲਕੁਲ ਹੀ। ਕਿਸੇ ਵੇਲੇ ਯੂਪੀ ਦਾ ਕੁਝ ਪਾਰਟ, ਦਿੱਲੀ ਤੇ ਹਰਿਆਣਾ ਤੇ ਰਾਜਸਥਾਨ ਦਾ ਇੱਕ ਪਾਰਟ, ਇੱਥੇ ਅਕਾਲੀ ਦਲ ਦਾ ਬਹੁਤ ਵੱਡਾ ਰੋਲ ਹੁੰਦਾ ਸੀਗਾ। ਹੌਲੀ ਹੌਲੀ ਇਹ ਸਿਮਟ ਕੇ ਪੰਜਾਬ ਤੱਕ ਰਹਿ ਗਿਆ। ਇੱਕ ਉਹ ਵੀ ਆਸਪੈਕਟ ਸਾਰੀ ਗੱਲ ਤੇ ਹੈ, ਹਰਿਆਣੇ 'ਚ ਰੋਲ ਤਾਂ ਬਹੁਤ ਪਹਿਲਾਂ ਘਟਿਆ ਹੋਇਆ ਇਹਨਾਂ ਦਾ। ਇਸੇ ਕਰਕੇ ਇਹ ਸਾਰੇ ਰੌਲੇ ਪਈ ਗਏ ਤੇ ਹੁਣ ਸਪੇਸ ਖਾਲੀ ਪਈ ਹੈ। ਕਿਹੜਾ ਗਰੁੱਪ ਇਮਰਜ ਹੋਏਗਾ ਉੱਥੇ? ਕੀ ਇਸ ਸਿਚੁਏਸ਼ਨ ਦੇ ਵਿੱਚ ਜਿਹੜੀ ਰਿਵਾਈਵਲ ਦੀ ਗੱਲ ਸੀ, ਮੈਂ ਉੱਥੇ ਲੈ ਕੇ ਆਉਣਾ ਬਾਅਦ ਦੇ ਵਿੱਚ, ਕਿ ਸ਼੍ਰੋਮਣੀ ਅਕਾਲੀ ਦਲ ਕੀ ਹਰਿਆਣਾ ਕਮੇਟੀ 'ਚ ਇਫੈਕਟਿਵ ਹੋ ਸਕਦਾ ਹੈ, ਕਿ ਚੰਗੀ ਪੋਜੀਸ਼ਨ ਆਪਣੀ ਬਣਾ ਸਕਦਾ ਹੈ? ਇਹ ਡਿਪੈਂਡ ਕਰੇਗਾ ਕਿ ਜਿਹੜੇ ਵਿਰੋਧੀ ਹੈ ਉਹ ਕਿਵੇਂ ਆਪਣੇ ਆਪ ਨੂੰ ਆਰਗੇਨਾਈਜ਼ ਕਰਦੇ ਹੈ ਤੇ ਇਹ ਇਲੈਕਸ਼ਨ ਲੜਦੇ ਹੈ। ਜਿਹੜੇ ਲੀਡਰ ਉਹਨਾਂ ਦੇ ਵੀ ਹੈ, ਉਹ ਸ਼੍ਰੋਮਣੀ ਅਕਾਲੀ ਦਲ ਨੇ ਜੋ ਕੁਛ ਕੀਤਾ ਉਸ ਤੋਂ ਵੀ ਥੱਲੇ ਨਜ਼ਰ ਆਉਂਦੇ ਆ। ਉੱਥੇ ਗੜਬੜ ਹੈ ਸਾਰੀ। ਇਫੈਕਟਿਵ ਲੀਡਰਸ਼ਿਪ ਸਿੱਖਾਂ ਦੀ ਹਰਿਆਣੇ ਦੇ ਵਿੱਚੋਂ ਇਸ ਵੇਲੇ ਨਦਾਰ ਦੀ ਲੱਗ ਰਹੀ ਹੈ ਮੈਨੂੰ। ਸੋ ਜਦੋਂ ਇਹ ਸਿਚੁਏਸ਼ਨ ਹੋਵੇ, ਉਹ ਸਪੇਸ ਖਾਲੀ ਪਈ ਹੈ ਜੀ। ਸਪੇਸ ਕੌਣ ਲਏਗਾ? ਗੱਲ ਇੱਥੇ ਆ ਜਾਂਦੀ ਕੀ ਬੀਜੇਪੀ ਕੋਈ ਪਿੱਛੋਂ ਹੌਸਲਾ ਅਫਜ਼ਾਈ ਕਰਕੇ ਕੋਈ ਨਵੀਂ ਪਾਰਟੀ ਬਣਾਏਗੀ ਸਿੱਖਾਂ ਦੀ?
ਕਿ ਆਮ ਆਦਮੀ ਪਾਰਟੀ ਵੀ ਇਲੈਕਸ਼ਨ ਲੜੇਗੀ, ਕਾਂਗਰਸ ਮੇਰੇ ਖਿਆਲ ਦੇ ਵਿੱਚ ਇਲੈਕਸ਼ਨ ਨਹੀਂ ਲੜੇਗੀ। ਹਾਂਜੀ, ਇਹ ਵੀ ਦੂਜੀਆਂ ਪਾਰਟੀਆਂ ਕਿ ਇਨਡਾਇਰੈਕਟਲੀ ਇਲੈਕਸ਼ਨ ਲੜਨਗੀਆਂ, ਇਹ ਗੱਲ ਦੇਖਣ ਵਾਲੀ। ਸਿੱਧੀਆਂ ਤਾਂ ਨਹੀਂ ਆਉਂਦੀਆਂ ਕੋਈ ਵੀ, ਨਾ ਹੀ ਲੜ ਸਕਦੀਆਂ, ਲੇਕਿਨ ਸਿੱਖ ਗਰੁੱਪ ਕਿਵੇਂ ਉੱਥੇ ਕਤਾਰਬੰਦੀ ਇਹਨਾਂ ਦੀ ਹੁੰਦੀ ਹੈ, ਉਹ ਗੱਲ ਦੇਖਣ ਵਾਲੀ ਹੈ। ਦੂਜੀ ਗੱਲ ਕੀਤੀ ਤੁਸੀਂ ਸਿੱਖਾਂ ਦੀ, ਮੈਂ ਨਾਲ ਹੀ ਜੋੜ ਦਿਆਂ ਅਕਾਲੀ ਦਲ ਦੀ ਰਿਵਾਈਵਲ ਪੰਜਾਬ ਦੇ ਵਿੱਚ। ਆਪਾਂ ਇਹਨੂੰ ਜੇ ਤੁਸੀਂ ਮੈਨੂੰ ਆਗਿਆ ਦਿਓ, ਇਹਨੂੰ ਸੈਕੰਡ ਰਾਉਂਡ ਚ ਲੈ ਆਈਏ, ਲੈ ਲਾਂਗੇ, ਕੋਈ ਗੱਲ ਨਹੀਂ, ਸਰਦਾਰ ਹਰਮੀਤ ਸਿੰਘ ਉਹਨਾਂ ਨੂੰ ਨਾਲ ਜੋੜ ਲਈਏ, ਕਿਉਂਕਿ ਮਾਮਲਾ ਇਹ ਹੈ, ਉਹ ਸ਼ਬਦ ਜੇ ਨਾਲ ਜੁੜਦਾ ਹੈ ਕਿ ਜੇ ਅਕਾਲੀ ਦਲ ਬਿਹਤਰ ਪਰਫਾਰਮ ਕਰਦਾ ਹੈ ਤਾਂ ਕੀ ਉਸ ਤੋਂ ਬਾਅਦ ਉਹਦੀ ਸਰਵਾਈਵਲ ਪੰਜਾਬ ਦੇ ਵਿੱਚ, ਉਹਦੀ ਰਿਵਾਈਵਲ ਕਿੰਨੀ ਅਹਿਮ ਰਹੂਗੀ। ਸੋ ਮੈਂ ਸਭ ਤੋਂ ਪਹਿਲਾਂ ਸਰਦਾਰ ਹਰਮੀਤ ਸਿੰਘ ਜੀ, ਕਿ ਕੀ ਅਕਾਲੀ ਦਲ ਨੇ ਜਿਹੜਾ ਐਲਾਨ ਕੀਤਾ ਉਹਦੇ ਵਿੱਚ ਉਹਨਾਂ ਨੂੰ ਹਾਸਲ ਹੋਣ ਵਾਲਾ ਹੈ ਕੁਝ, ਉਹ ਮੌਜੂਦਾ ਸਥਿਤੀ ਵਿੱਚ ਹਰਿਆਣੇ ਦੇ ਲੋਕਾਂ ਨੂੰ, ਖਾਸ ਤੌਰ ਤੇ ਸਿੱਖ ਭਾਈਚਾਰੇ ਨੂੰ ਕਿੰਨਾ ਕੁ ਪ੍ਰਭਾਵਿਤ ਕਰ ਸਕਣਗੇ। ਦੂਜੀ ਗੱਲ ਕਿ ਕੀ ਬੀਜੇਪੀ ਕਿਸੇ ਪੱਧਰ ਤੇ ਉਹਨਾਂ ਦੀ ਮਦਦ 24 ਚ ਮਦਦ ਲੈਣ ਲਈ ਉਹਨਾਂ ਦੀ ਮਦਦ ਕਰ ਸਕਦੇ, ਭਾਵੇਂ ਕਿ ਇਲੈਕਸ਼ਨ ਉਸ ਤੋਂ ਬਾਅਦ ਜਾ ਕੇ ਹੋਵੇ, ਜਿਹੜੀ ਸੰਭਾਵਨਾ 24 ਤੋਂ ਬਾਅਦ ਦੀ ਹੈ, ਕਿ ਕੀ ਇਹ ਵੀ ਇੱਕ ਆਧਾਰ ਬਣ ਸਕਦਾ ਬੀਜੇਪੀ ਔਰ ਅਕਾਲੀ ਦਲ ਦੇ ਰਿਸ਼ਤੇ ਸੁਧਰਨੇ ਸ਼ੁਰੂ ਹੋਣ। ਦੂਜੇ ਬੰਨੇ ਹੁਣ ਸਰਨਾ ਭਰਾ, ਲਗਭਗ ਪਰਮਜੀਤ ਸਿੰਘ ਸਰਨਾ ਕਾਫੀ ਅਹਿਮ ਰੋਲ ਪਲੇ ਕਰਦੇ ਰਹੇ ਆ ਉਸ ਖਿੱਤੇ ਦੇ ਵਿੱਚ, ਅੱਜ ਕੱਲ ਉਹਨਾਂ ਨਾਲ ਹੈ। ਦੂਜੇ ਬੰਨੇ ਇਹਨਾਂ ਦੇ ਸਭ ਤੋਂ ਵੱਡੇ ਤੇਜ਼ਤਰਾ ਆਗੂ ਮਨਜਿੰਦਰ ਸਿੰਘ ਸਿਰਸਾ ਹੁਣ ਦੂਜੇ ਬੰਨੇ ਨੇ, ਜਿਹੜੇ ਇਹਨਾਂ ਲਈ ਕਾਫੀ ਵੱਡੀ ਭੂਮਿਕਾ ਚ ਹੁੰਦੇ ਸੀ। ਸੋ ਦਿੱਲੀ ਔਰ ਪੰਜਾਬ ਦੇ ਦਰਮਿਆਨ ਦਾ ਇਹ ਸਾਰਾ ਖਿੱਤਾ ਜੰਗ ਦਾ ਮੈਦਾਨ ਬਣਨ ਵਾਲਾ ਹੈ, ਤੇ ਸਿੱਖ ਲੀਡਰਸ਼ਿਪ ਜਿਹੜੀ ਲਗਭਗ ਵਿਹਲੀ ਵੀ ਆ, ਪੂਰੀ ਤਰ੍ਹਾਂ ਉੱਥੇ ਸੁੱਟੀ ਜਾਊਗੀ, ਤੇ ਉੱਥੋਂ ਜੋ ਨਤੀਜੇ ਆਉਣ ਵਾਲੇ ਆ ਜਾਂ ਅਕਾਲੀ ਦਲ ਦਾ ਐਲਾਨ ਆ, ਉਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਇੱਕ ਤਾਂ ਇਹ ਹੈ ਕਿ ਜਿਹੜੇ ਅਕਾਲੀ ਦਲ ਨੂੰ ਪਹਿਲਾਂ ਸਿਧਾਂਤਕ ਫੈਸਲਾ ਆਪਣਾ ਕੋਈ ਨਾ ਕੋਈ ਕਰੈਕਟ ਲੈਣਾ ਪਏਗਾ, ਉਹ ਕਿਹੜੇ ਮੁੱਦੇ ਤੇ ਕਿਵੇਂ ਲੜਨਗੇ ਇਲੈਕਸ਼ਨ। ਇਹਦਾ ਮਤਲਬ ਇੱਕ ਗੱਲ ਤਾਂ ਇਹ ਹੋ ਗਈ ਹੈ ਕਿ ਜਦੋਂ ਕੋਰ ਕਮੇਟੀ ਨੇ ਫੈਸਲਾ ਕਰ ਲਿਆ ਕਿ ਅਸੀਂ ਹਰਿਆਣੇ ਦੀ ਇਲੈਕਸ਼ਨ ਲੜਾਂਗੇ, ਇਟ ਮੀਨਸ ਇਹ ਮਾਮਲਾ ਹੁਣ ਸੁਲਝਿਆ ਸਮਝਿਆ ਜਾਣਾ ਚਾਹੀਦਾ ਕਿ ਹਰਿਆਣੇ ਦੇ ਐਕਟ ਦੇ ਅਕੋਰਡਿੰਗਲੀ ਬਣੀ ਕਮੇਟੀ ਅਕਾਲੀ ਦਲ ਨੂੰ ਪ੍ਰਵਾਨ ਹੋ ਗਈ ਹੈ ਟੋਟਲੀ ਪੂਰੀ ਤਰ੍ਹਾਂ। ਜਾਂ ਦੂਸਰਾ ਮਾਮਲਾ ਇਹ ਹੁੰਦਾ ਹੈ ਕਿ ਸਾਨੂੰ ਪ੍ਰਵਾਨ ਨਹੀਂ ਹੈ, ਅਸੀਂ ਇਸ ਗੱਲ ਤੇ ਇਲੈਕਸ਼ਨ ਲੜਾਂਗੇ ਕਿ ਸ਼੍ਰੋਮਣੀ ਕਮੇਟੀ ਕੰਬਾਈਨ ਹੋਣੀ ਚਾਹੀਦੀ ਹੈ, ਇਕੱਠੇ ਹੋਣੀ ਚਾਹੀਦੀ ਹੈ। ਅਸੀਂ ਉਹ ਸਾਬਤ ਕਰਾਂਗੇ ਉਹਨਾਂ ਲੋਕਾਂ ਨੂੰ ਇਨਵੋਲਵ ਕਰਕੇ ਕਿ ਲੋਕ ਸਾਡੇ ਨਾਲ ਨੇ ਹਜੇ ਵੀ, ਤੇ ਅਸੀਂ ਕਿਸ ਲੈਵਲ ਤੇ ਜਾਵਾਂਗੇ। ਤੀਜੀ ਗੱਲ ਇਹ ਹੈ ਕਿ ਅਜੇ ਵੀ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜਿਆ ਐਕਟ ਹੈ 1925 ਵਾਲਾ, ਕੀ ਅੱਗੇ ਨੂੰ ਹੁਣ ਹਰਿਆਣੇ ਚੋਂ ਉਹਦੀ ਚੋਣ ਦਾ ਪ੍ਰੋਸੈਸ ਤਾਂ ਟੋਟਲੀ ਖਤਮ ਹੋ ਜਾਊਗਾ, ਜਾਂ ਅਜੇ ਉਲਝਣ ਚ ਲਟਕਿਆ ਹੋਇਆ, ਫਿਰ ਆਟੋਮੈਟਿਕਲੀ ਉਹ ਅਮੈਂਡ ਹੋ ਗਿਆ 1925 ਦਾ ਐਕਟ। ਇਹ ਤਾਂ ਬਿਲਕੁਲ ਨਵਾਂ ਐਕਟ ਹੈ ਨਾ, ਇਹ ਚ 25 ਵਾਲਾ ਕੋਈ ਗੱਲ ਨਹੀਂ। ਸਟੇਟ ਨੇ ਕਿਹਾ ਕਿ ਅਸੀਂ ਆਪਣਾ ਇੱਕ ਐਕਟ ਬਣਾ ਲਿਆ, ਉਹ ਐਕਟ ਜਿਹੜਾ ਹੋਊਗਾ 1925 ਦਾ, ਜੇ ਉਹਦੇ ਚ ਕੋਈ ਸੋਧ ਕਰਨੀ ਪਏਗੀ, ਫਿਰ ਪਾਰਲੀਮੈਂਟ ਤੱਕ ਵੀ ਕੋਈ ਗੱਲ ਕਰਨੀ ਪਏਗੀ ਕਿ ਹਰਿਆਣਾ ਕੱਢ ਦਿਓ ਤੇ ਬਾਕੀ ਹੁਣ ਹਿਮਾਚਲ, ਯੂਪੀ ਤੇ ਪੰਜਾਬ ਦੇ ਵਿੱਚ। ਤੁਹਾਡਾ ਮਤਲਬ ਹੈ ਕਿ ਜੇ ਸਟੇਟਸ ਕੋ ਰਹਿੰਦਾ ਹੈ ਤਾਂ ਇਹ ਹਰਿਆਣੇ ਵਾਲੀ ਬਣੀ ਰਵੇ, ਦੀ ਚੋਣ ਵੱਖਰੀ ਹੋਵੇ, ਲੇਕਿਨ ਜਿਹੜੇ ਸ਼੍ਰੋਮਣੀ ਕਮੇਟੀ ਤੇ ਹਰਿਆਣੇ ਦੇ ਮੈਂਬਰ ਉਹ ਚੁਣ ਕੇ ਆਉਣੇ ਹੀ ਆਉਣੇ, ਜੇ ਸੋਧ ਨਹੀਂ ਹੁੰਦੀ ਤਾਂ। ਜੇ ਸੋਧ ਨਹੀਂ ਹੁੰਦੀ ਤਾਂ ਫਿਰ ਕੀ ਹੈ, ਫਿਰ ਤਾਂ ਲੀਗਲ ਇੱਕ ਡਾਇਲੇਮਾ ਹੈ ਨਾ, ਕਨਫਿਊਜ਼ਨ ਤਾਂ ਹੈ ਹੀ ਆ, ਖੜਾ ਹੈ ਉੱਥੇ। ਤੁਸੀਂ ਕਿਹੜੇ ਐਕਟ ਨੂੰ ਕਿਸ ਤਰੀਕੇ ਨਾਲ ਗੱਲ ਕਰੋਗੇ, ਇਹਦੇ ਤੇ ਕੋਈ ਡਿਬੇਟ ਉਸ ਪੱਧਰ ਦੀ ਹੋ ਨਹੀਂ ਰਹੀ ਕਿ ਕੀ ਹੋਏਗਾ ਫਿਰ ਇਹ ਦੋਨਾਂ ਦੇ ਮਾਮਲੇ ਦੇ ਵਿੱਚ, ਜਦੋਂ ਦੋਨੋਂ ਸਰਵਾਈਵ ਕਰਦੇ ਐਕਟ ਹੋਣਗੇ ਤੇ ਉਹਦੇ ਚ ਸਥਿਤੀ ਕਿਹੋ ਜਿਹੀ ਹੋ ਰਹੀ। ਹੁਣ ਅਗਲੀ ਗੱਲ ਇਹ ਹੈ ਕਿ ਫਿਰ ਹਰਿਆਣੇ ਦੇ ਵਿੱਚ ਜੇਕਰ ਇਹ ਗੱਲ ਹੁੰਦੀ ਹੈ, ਅਕਾਲੀ ਦਲ ਦਾ ਪਹਿਲਾਂ ਇੱਕ ਪੈਂਤੜਾ ਹੁੰਦਾ ਸੀ ਜਦੋਂ ਐ ਕਮੇਟੀਆਂ ਬਣਨ ਲੱਗੀਆਂ, ਤਾਂ ਇੱਕ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਦਾ, ਜਿਹਦੇ ਚੋਂ ਬਾਅਦ ਚ ਅਕਾਲੀ ਦਲ ਪਿੱਛੇ ਹਟ ਗਿਆ ਬਿਨਾਂ ਕਿਸੇ ਰੈਜੂਲੇਸ਼ਨ, ਬਿਨਾਂ ਕਿਸੇ ਗੱਲ ਤੋਂ। ਵੈਸੇ ਤਾਂ ਇਹਦਾ ਇਲਾਜ ਤਾਂ ਇਹੀ ਸੀਗਾ ਕਿ ਸਾਰੇ ਕਿਤੇ ਹਰੇਕ ਸਟੇਟ ਚ ਕਮੇਟੀ ਬਣਦੀ ਹੈ, ਉਹਦਾ ਇੱਕ ਨੈਸ਼ਨਲ ਲੈਵਲ ਦਾ ਬੋਰਡ ਬਣਦਾ, ਤੇ ਉਹ ਬੋਰਡ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਗ੍ਹਾ ਇੱਕ ਵਿਸ਼ਾਲ ਰੂਪ ਦੇ ਵਿੱਚ ਲੈਂਦਾ, ਜਿਹੜਾ ਅਕਾਲੀ ਦਲ ਦਾ ਸਟੈਂਡ ਇਹ ਤੋਂ ਪਹਿਲਾਂ ਕਦੇ ਹੁੰਦਾ ਸੀ। ਹੁਣ ਇੱਕ ਕਨਫਿਊਜ਼ਡ ਸੈਟਅਪ ਸਾਡੇ ਸਾਹਮਣੇ ਬਣਿਆ ਹੋਇਆ, ਤੇ ਇਹਦੇ ਨਾਲ ਦੀ ਨਾਲ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਸਟੇਟਮੈਂਟ ਹੈ, ਪੋਲੀਟੀਕਲ ਸਟੇਟਮੈਂਟ, ਜਿਹੜੀ ਇਹ ਕਹਿੰਦੀ ਹੈ ਕਿ ਕਾਂਗਰਸ ਤੇ ਆਰਐਸਐਸ ਨੂੰ ਇੱਕੋ ਰਸੇ ਇੱਕੋ ਐਂਗਲ ਤੋਂ ਰੱਖੋ ਸਾਹਮਣੇ, ਕਿ ਸਾਰੇ ਰਲ ਕੇ ਹਰਿਆਣੇ ਦੇ ਵਿੱਚ ਜਿਹੜੇ ਨਵੇਂ ਬਸੰਦਾਂ ਨੂੰ ਜਾਂ ਨਵੇਂ ਪੰਥਾਂ ਟਾਈਪ ਦਾ ਉਹ ਗੱਲ ਕਰ ਰਹੇ ਨੇ, ਅਸੀਂ ਦੋਨਾਂ ਦੇ ਖਿਲਾਫ ਖੜੇ ਹੋਏ ਹਾਂ। ਬਿਲਕੁਲ ਇੱਕ ਗੱਲ ਵਾਜਬ ਹੈ ਕਿ ਹਰਿਆਣੇ ਦੇ ਵਿੱਚ ਜਿਹੜੀ ਨਵੀਂ ਚੋਣ ਹੋਣੀ ਹੈ, ਬਿਨਾਂ ਸ਼ੱਕ ਕਾਂਗਰਸ ਦੇ ਵੀ ਬੰਦੇ ਅੰਦਰੂਨੀ ਤੌਰ ਤੇ ਕਲੇਮ ਕਰਨਗੇ, ਔਰ ਅੰਦਰੂਨੀ ਕੋਈ ਵੀ ਪੋਲਿਟਿਕਸ ਤੋਂ ਦੂਰ ਨਹੀਂ ਜਾਊਗਾ। ਅੰਦਰੂਨੀ ਤੌਰ ਤੇ ਕਿਸੇ ਦੀ ਮਦਦ ਕਰਨਾ ਇੰਡੀਵਿਜੂਅਲੀ ਕਰਨਗੇ ਜਾਂ ਪਾਰਟੀ ਦੇ ਤੌਰ ਤੇ ਕਰਨਗੇ, ਚੱਲਦਾ ਰਹੂਗਾ ਕੰਮ। ਔਰ ਕਿਉਂਕਿ ਕਾਂਗਰਸ ਗਵਰਨਮੈਂਟ ਨੇ ਇੱਕ ਬਿੱਲ ਬਣਾਇਆ ਸੀ, ਐਕਟ ਬਣਾਇਆ ਸੀ, ਬੀਜੇਪੀ ਗਵਰਨਮੈਂਟ ਨੇ ਉਦੋਂ ਬਾਅਦ ਫਟਾਫਟ ਇੰਪਲੀਮੈਂਟ ਕੀਤਾ, ਦੋਨੋਂ ਇਹਦੇ ਪੱਖ ਸੀਗੀਆਂ, ਮਤਲਬ ਇਸ ਕਾਨੂੰਨ ਨੂੰ ਬਣਾਉਣ ਦੇ ਤੇ ਕਾਨੂੰਨ ਨੂੰ ਅਮਲ ਦੇ ਵਿੱਚ ਲਿਆਉਣ ਦੇ।
ਇਹ ਗੱਲ ਤਾਂ ਠੀਕ ਹੈ, ਦੋਨੇ ਸਰਕਾਰਾਂ ਨੇ ਸਾਬਤ ਕਰਤਾ ਕਿ ਅਸੀਂ ਉਹਨਾਂ ਦੇ ਪੱਖ ਦੇ ਵਿੱਚ ਆ। ਤਾਂ ਫਿਰ ਕੀ ਇਹ ਸਟੈਂਡ ਲੈ ਕੇ ਚੱਲਿਆ ਜਾਏਗਾ ਕਿ ਹੁਣ ਦੋਨੋਂ ਬਰਾਬਰ ਦੇ ਦਾਇਰੇ 'ਚ ਰੱਖ ਕੇ ਉਹ ਚੋਣ ਕੰਪੇਨ ਕੀਤੀ ਜਾਏਗੀ? ਜੇ ਉਹ ਬਰਾਬਰ ਦੇ ਦਾਇਰੇ ਚੋਣ ਕੰਪੇਨ ਕੀਤੀ ਜਾਏਗੀ ਤਾਂ ਓਵਰਆਲ ਪੋਲੀਟੀਕਲ ਸਿਨੈਰੀਓ ਦੇ ਵਿੱਚ ਤੁਹਾਡਾ ਤਾਲਮੇਲ ਦਾ ਕੀ ਬਣੂਗਾ, ਬਾਕੀ ਚੀਜ਼ਾਂ ਦਾ ਕੀ ਬਣੂਗਾ, ਬਾਕੀ ਸਟੇਟ ਦਾ ਇਹ ਕੁਐਸਚਨ ਰੇਜ਼ ਹੋਣਗੇ ਉਸ ਮਾਮਲੇ ਦੇ ਵਿੱਚ। ਇਦੋਂ ਪਹਿਲਾਂ ਜੇਕਰ ਆਪਾਂ ਦੇਖੀਏ, ਇਦੋਂ ਪਹਿਲਾਂ ਵੀ ਇੱਕ ਵਾਰ ਬੀਜੇਪੀ ਤੇ ਅਕਾਲੀ ਦਲ ਦੇ ਵਿੱਚ ਵਿਵਾਦ ਖੜਾ ਹੋ ਗਿਆ ਸੀ ਕਾਫੀ ਵੱਡਾ। ਉਹਨਾਂ ਦਿਨਾਂ ਦੇ ਵਿੱਚ ਜਿਹੜੇ ਹੋਮ ਮਿਨਿਸਟਰ ਅਮਿਤ ਸ਼ਾਹ ਦੀਆਂ 2 ਰੈਲੀਆਂ ਪਲਾਨ ਹੋ ਗਈਆਂ ਸੀ ਬਾਰਡਰ ਏਰੀਆ ਦੇ ਵਿੱਚ ਨਸ਼ੇ ਦੇ ਖਿਲਾਫ। ਤੇ ਜਦੋਂ ਸੁਖਬੀਰ ਬਾਦਲ ਹੋਣੀ ਬਹੁਤ ਜ਼ਿਆਦਾ ਕਹਿੰਦੇ ਸੀ ਵੀ ਠੀਕ ਹੈ ਅਸੀਂ ਅਲੱਗ ਹੋ ਕਰਾਂਗੇ, ਇਹਨਾਂ ਨੇ ਵੀ ਇੱਕ ਕੰਪੇਨ ਸਟਾਰਟ ਕਰਤੀ ਸੀ ਆਪਣੀਆਂ ਰੈਲੀਆਂ ਦੀ। ਇਮੀਡੀਏਟ ਦਿੱਲੀ ਇਲੈਕਸ਼ਨ ਆ ਗਈ ਸੀ। ਦਿੱਲੀ ਇਲੈਕਸ਼ਨ ਦੇ ਚੱਕਰ ਦੇ ਵਿੱਚ ਉਹ ਫੇਰ ਪੈਚ ਅਪ ਹੋ ਗਿਆ ਸੀ ਆਪਸ ਦੇ ਵਿੱਚ। ਤੇ ਸ਼੍ਰੋਮਣੀ ਜਦੋਂ ਦਿੱਲੀ ਦੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਚੋਣ ਲੜਦਾ ਸੀ ਅਕਾਲੀ ਦਲ, ਉਹਨਾਂ ਦਿਨਾਂ ਦੇ ਵਿੱਚ ਅਕਾਲੀ ਦਲ ਤੇ ਬੀਜੇਪੀ ਇਕੱਠੇ ਲੜਦੇ ਸੀ। ਸਰਨਾ ਤੇ ਸਰਨਾ ਭਰਾ ਅਲੱਗ ਸੀ। ਸਰਨੇ ਭਰਾਵਾਂ ਬਾਰੇ ਮੰਨਿਆ ਜਾਂਦਾ ਕਿ ਉਹ ਸ਼ੁਰੂ ਤੋਂ ਲੈ ਕੇ ਕਾਂਗਰਸ ਦੇ ਖਲੋਜ ਰਹੇ ਨੇ, ਉਹ ਬੀਜੇਪੀ ਦੇ ਖਲੋਜ ਕਦੇ ਨਹੀਂ ਗਏ, ਆਰਐਸਐਸ ਦੇ ਖਲੋਜ। ਜੇ ਦਿੱਲੀ ਦੇ ਅਕਾਲੀ ਦਲ ਦੇ ਕਿਸੇ ਗਰੁੱਪ ਦੇ ਵਿੱਚੋਂ ਆਰਐਸਐਸ ਤੇ ਬੀਜੇਪੀ ਨੂੰ ਅਪੋਜ਼ ਕਰਨ ਵਾਲਾ ਗਰੁੱਪ ਖੜਾ ਹੋਇਆ ਸੀ ਤਾਂ ਉਹ ਸਰਨੇ ਭਰਾ ਨੇ, ਜਿਹੜੇ ਲਗਾਤਾਰ ਕਾਂਗਰਸ ਦੇ ਪੱਖ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ, ਉਹ ਇੱਥੇ ਪੰਜਾਬ 'ਚ ਅਮਰਿੰਦਰ ਸਿੰਘ ਹੋਵੇ, ਉੱਥੇ ਡਾਕਟਰ ਮਨਮੋਹਨ ਸਿੰਘ ਹੋਵੇ, ਜਾਂ ਜਿਹੜੀ ਵੀ ਸਰਕਾਰ ਲਗਾਤਾਰ ਰਹੀ ਉਹ ਕਾਂਗਰਸ ਨਾਲ ਰਹੇ। ਕੀ ਉਹ ਹੁਣ ਦਿੱਲੀ ਦਾ ਗਰੁੱਪ ਜਿਹੜਾ ਚੱਲ ਰਿਹਾ ਥੋੜਾ ਉੱਪਰਲੀ ਹੇਠਾਂ ਹੋ ਗਈ, ਇੱਕ ਉਧਰ ਹੋ ਗਿਆ ਤੇ ਇੱਕ ਉਧਰ ਹੋ ਗਿਆ? ਸਰਨਿਆਂ ਤੋਂ ਉਮੀਦ ਕੀਤੀ ਜਾ ਸਕਦੀ ਹੈ ਕਿ ਉਹ ਉਸ ਪਾਸੇ ਜਾਣਗੇ ਕਾਂਗਰਸ ਦੀ ਬਜਾਏ, ਕਿਉਂਕਿ ਦਿੱਲੀ ਦੀ ਪੋਲਿਟਿਕਸ ਵੀ ਉਹਨਾਂ ਨੇ ਕਰਨੀ ਹੈ। ਦਿੱਲੀ ਦੀ ਪੋਲਿਟਿਕਸ ਕੇਵਲ ਅਕਾਲੀ ਦਲ ਨਹੀਂ ਉਹਨਾਂ ਦੀ ਪੋਲਿਟਿਕਸ ਨੂੰ ਉਹ ਕਰ ਰਿਹਾ। ਸਰਨਿਆਂ ਨੇ ਅਗਵਾਈ ਕੀਤੀ ਸਭ ਤੋਂ ਪਹਿਲਾਂ ਇੱਕ ਅਲੱਗ ਅਕਾਲੀ ਦਲ ਬਣਾਉਣ ਦੀ, ਦਿੱਲੀ ਅਕਾਲੀ ਦਲ ਜਿਹੜਾ ਬਣਿਆ ਸੀ, ਜਿਹੜੇ ਕਹਿੰਦੇ ਸੀ ਪੰਜਾਬ ਤੋਂ ਇਲਾਵਾ ਅਸੀਂ ਆਪਣੇ ਢੰਗ ਨਾਲ ਆਪਣੀ ਗੱਲ ਕਰਾਂਗੇ, ਕਿਉਂਕਿ ਉਦੋਂ ਦੀ ਜਿਹੜੀ ਲੀਡਰਸ਼ਿਪ ਜਿਸ ਦਾ ਟੌੜਾ ਦੀ ਅਗਵਾਈ ਜਾਂ ਬਾਕੀ ਇੱਕ ਸੁਜੈਸਟਿਵ ਬੇਸ ਸੀਗਾ ਕਿ ਆਪਣੇ ਲੋਕਲ ਹਾਲਾਤ ਦੇ ਮੁਤਾਬਕ ਤੁਸੀਂ ਪੋਲਿਟਿਕਸ ਕਰੋ, ਪਰਮਾਨੈਂਟਲੀ ਪੰਜਾਬ ਨਾਲ ਨੱਥੀ ਹੋ ਕੇ ਪੋਲਿਟਿਕਸ ਨਾ ਕਰੋ ਉਸ ਪੱਧਰ ਦੇ ਵਿੱਚ। ਤਾਂ ਜਦੋਂ ਹਰ ਸਟੇਟ 'ਚ ਇਹ ਚੀਜ਼ਾਂ ਆਉਣਗੀਆਂ ਤੇ ਕਾਫੀ ਉਲਝਣ ਭਰਪੂਰ ਚੀਜ਼ਾਂ ਹੋਣਗੀਆਂ, ਮੇਰਾ ਖਿਆਲ ਹੈ ਕਲੀਅਰ ਕੱਟ ਉਸ ਲੈਵਲ ਦੀਆਂ ਚੀਜ਼ਾਂ ਨਹੀਂ ਹੋਣਗੀਆਂ। ਹੁਣ ਜੇ ਅਕਾਲੀ ਦਲ ਇਹ ਕਹਿੰਦਾ ਉੱਥੇ ਜਾ ਕੇ ਕਿ ਤੁਹਾਡੀ ਕਮੇਟੀ 'ਚ ਆਪਣੇ ਹੀ ਬੰਦੇ ਆ ਜਾਣਗੇ, ਠੀਕ ਹੈ ਜੀ ਆਪਣਾ ਚੱਲ ਗਿਆ ਕੰਮ, ਫਿਰ ਸ਼੍ਰੋਮਣੀ ਕਮੇਟੀ ਦੀ ਸੁਪਰਮੇਸੀ ਦਾ ਕੀ ਬਣੂਗਾ, ਉਹ ਸਟੈਂਡ ਦਾ ਕੀ ਬਣੂਗਾ? ਤੇ ਜੇ ਸੁਪਰੀਮ ਕੋਰਟ ਉਹਦੀ ਸਟੈਂਡ ਸੁਪਰਮੇਸੀ ਲਈ ਲੜ ਰਹੇ ਹੋ ਤੁਸੀਂ ਇਲੈਕਸ਼ਨ ਬਾਰੇ, ਤਾਂ ਉਹ ਕਿਤੇ ਇਹੋ ਜਿਹਾ ਹਾਲਾਤ ਨਾ ਹੋ ਜਾਣ ਮੁੜ ਕੇ ਜਿਵੇਂ ਜਦੋਂ ਤੇਲੰਗਾਨਾ ਅਲੱਗ ਹੋਇਆ, ਜਿਹੜੀ ਤੇਲਗੂ ਦੇਸ਼ਮ ਪਾਰਟੀ ਸੀ ਉਹ ਖੜੀ ਸੀ ਟੋਟਲੀ ਯੂਨਾਈਟਿਡ ਆਂਧਰਾ ਪ੍ਰਦੇਸ਼ ਤੇ, ਯੂਨਾਈਟਿਡ ਆਂਧਰਾ ਪ੍ਰਦੇਸ਼ ਤੇ ਖੜੀ ਹੋਈ ਪਾਰਟੀ ਨਾਲ ਤੇਲੰਗਾਨਾ ਤੋਂ ਨੂੰ ਬਚਾ ਸਕੀ। ਤੇਲੰਗਾਨਾ ਵੀ ਅਲੱਗ ਹੋ ਗਿਆ ਤੇ ਅੱਜ ਕੱਲ ਉਹ ਆਪੋਜੀਸ਼ਨ 'ਚ ਵੀ ਬਹੁਤ ਕਮਜ਼ੋਰ, ਕਿਧਰੇ ਦਿਖਾਈ ਨਹੀਂ ਦਿੰਦੀਆਂ ਪਾਰਟੀਆਂ, ਕਿਤੇ ਚਲੀਆਂ ਗਈਆਂ ਉਸ ਲੈਵਲ ਤੇ। ਇੱਕ ਸੈਂਟੀਮੈਂਟ ਹੁੰਦਾ ਉਸ ਪੱਧਰ ਦਾ, ਕੰਸਰਨਡ ਸਟੇਟ ਦਾ ਜਿਹੜੇ ਮੰਗ ਰਹੇ ਹੁੰਦੇ ਨੇ ਉਹਨਾਂ ਦਾ ਆਪਣਾ ਇੱਕ ਸੈਂਟੀਮੈਂਟ ਹੈ, ਉਹ ਦੂਜੇ ਮੇਰਾ ਖਿਆਲ ਹੈ ਹੋਰ ਤਰੀਕੇ ਨਾਲ ਤੁਹਾਡੇ ਹੱਥ 'ਚੋਂ ਕਈ ਵਾਰ ਚਲੇ ਜਾਂਦੇ ਨੇ ਕਿਸੇ ਕਾਰਨ ਕਰਕੇ, ਵੀ ਦੂਜਾ ਸਭ ਨੂੰ ਇਕੱਠਾ ਸਾਨੂੰ ਵੀ ਛੱਡ ਰਹੇ ਸੀ ਤੇ ਉਹਨਾਂ ਨੂੰ ਵੀ ਛੱਡ ਰਹੇ ਸੀ। ਇਹ ਵੀ ਇੱਕ ਅਲੱਗ ਟਾਈਪ ਦਾ ਇਸ਼ੂ ਬਣੂਗਾ ਜਦੋਂ ਜੇ ਤੁਸੀਂ ਕਿਹੜੇ ਲਈ ਚੀਜ਼ ਲਈ ਲੜਦੇ ਹੋ। ਅਜੇ ਤੱਕ ਏਜੰਡਾ ਕਲੀਅਰ ਨਹੀਂ ਹੋਇਆ, ਅਜੇ ਤੱਕ ਬਾਕੀ ਚੀਜ਼ਾਂ ਕਲੀਅਰ ਨਹੀਂ, ਕੱਲੇ ਬਿਆਨ ਨਾਲ ਕੰਮ ਨਹੀਂ ਚੱਲਣਾ, ਇਹ ਚੀਜ਼ਾਂ ਆਉਣ ਵਾਲੇ ਸਮੇਂ 'ਚ ਤੈਅ ਹੋਣਗੀਆਂ। ਔਰ ਮੈਨੂੰ ਲੱਗਦਾ ਅਕਾਲੀ ਦਲ ਲਈ ਇਹ ਡਗਰ ਆਸਾਨ ਨਹੀਂ ਹੈ, ਇਹ ਦੁਬੰਧ ਹੋਏਗਾ, ਦੁਬਦਾ ਹੋਏਗੀ। ਦੁਬਦਾ 'ਚੋਂ ਕਿਹੜਾ ਕਲੀਅਰ ਕੱਟ ਸਟੈਂਡ ਲੈਣਾ, ਜਾਂ ਪੁਰਾਣੇ ਤੇ ਪੋਚਾ ਫਿਰੂਗਾ ਜਾਂ ਨਵਾਂ ਲੈ ਕੇ ਲੈਣ ਦੀ ਕੋਸ਼ਿਸ਼ ਕਰੋਗੇ। ਕਿਤੇ ਕਹਿੰਦੇ ਨੇ ਨਾ ਕਿ ਨਵਾਂ ਲੈਂਦੇ ਲੈਂਦੇ ਪੁਰਾਣਾ ਨਾ ਖੋਲਿਓ, ਉਹ ਜਿਹੜੀ ਬੁਨਿਆਦ ਜਿਹੜੀ ਸੁਪਰਮੇਸੀ ਦੀ ਤੁਸੀਂ ਚੱਲਦੇ ਸੀ, ਫਿਰ ਤੁਹਾਨੂੰ ਉੱਥੇ ਮੁੜ ਕੇ ਆਉਣਾ ਪਏਗਾ ਆਲ ਇੰਡੀਆ ਗੁਰਦੁਆਰਾ ਐਕਟ ਤੇ ਜਾਂ ਉਸ ਪਾਸੇ ਵੱਲ ਚੱਲੋਗੇ, ਫਿਰ ਉਹ ਉਪ ਸੁਪਰਮੇਸੀ ਵਾਲੀ ਗੱਲ। ਇਸ ਲਈ ਇਹ ਸਿਧਾਂਤਕ ਕ੍ਰਾਈਸਿਸ ਤਾਂ ਹੈ ਹੀ ਹੈ। ਜਦੋਂ ਚੋਣਾਂ ਹੋਣਗੀਆਂ ਉਦੋਂ ਪ੍ਰੈਕਟੀਕਲ ਕ੍ਰਾਈਸਿਸ ਵੀ ਇਸ ਸਿਧਾਂਤ ਦੇ ਰੂਪ ਦੇ ਵਿੱਚ ਪ੍ਰੈਕਟਿਸ ਜਦੋਂ ਨਹੀਂ ਹੋਏਗੀ ਤਾਂ ਉਹ ਸਾਹਮਣੇ ਆਊਗਾ ਔਰ ਬਹੁਤ ਔਖਾ ਸਮਾਂ ਹੋਏਗਾ ਅਕਾਲੀ ਦਲ ਲਈ। ਮੈਨੂੰ ਲੱਗਦਾ ਤੁਹਾਡੇ ਸਵਾਲ ਬੜੇ ਜਾਇਜ਼ ਹੈ ਕਿ ਕੀ ਜਿਸ ਐਕਟ ਦਾ ਜਿਹਦੇ ਤਹਿਤ ਇਹ ਹੋਂਦ ਵਿੱਚ ਆਈ ਆ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਤੁਸੀਂ ਨਿੱਠ ਕੇ ਵਿਰੋਧ ਕੀਤਾ, ਸੁਪਰੀਮ ਕੋਰਟ ਤੱਕ ਰਿਵਿਊ ਪਟੀਸ਼ਨ ਪਾਈ, ਉਹਦੇ ਖਿਲਾਫ ਮਾਰਚ ਕੱਢੇ, ਹੁਣ ਤੁਸੀਂ ਉਹੀ ਚੋਣਾਂ ਲੜਨ ਲੱਗਿਆ। ਜੇ ਸਟੈਂਡ ਲਓਗੇ ਕਿ ਸਾਨੂੰ ਤੁਸੀਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਦਿਓ, ਤਾਂ ਲੋਕ ਪੁੱਛਣਗੇ ਕਿ ਕੀ ਤੁਸੀਂ ਇਹਨੂੰ ਪ੍ਰਵਾਨ ਕਰ ਲਿਆ, ਫਿਰ ਤੁਹਾਨੂੰ ਆਪਣਾ ਸਟੈਂਡ ਬਦਲਣਾ ਪਏਗਾ। ਜੇ ਤੁਸੀਂ ਉਹ ਇਲੈਕਸ਼ਨ ਇਸ ਤਰ੍ਹਾਂ ਲੜਦੇ ਹੋ ਕਿ ਤੁਸੀਂ ਮੈਂਡੇਟ ਦਿਓ ਕਿ ਅਸੀਂ ਇਕੱਠਿਆਂ ਰਹਿਣਾ ਹੈ, ਤਾਂ ਫਿਰ ਕੀ ਹਰਿਆਣੇ ਦੇ ਸਿੱਖ ਜਿਹੜੇ ਪਹਿਲਾਂ ਵੀ ਤੁਹਾਡੇ ਨਾਲ ਜਦੋਂ ਤੁਸੀਂ ਇਸ ਤਰ੍ਹਾਂ ਦੀ ਕੰਪੇਨ ਕਰ ਰਹੇ ਸੀ ਕਿ ਅਲੱਗ ਨਹੀਂ ਬਣਨੀ ਚਾਹੀਦੀ, ਉਦੋਂ ਤੁਹਾਡਾ ਜਿੰਨਾ ਸਾਥ ਨਹੀਂ ਦਿੱਤਾ, ਹੁਣ ਕਿਉਂ ਦੇਣਗੇ? ਤੁਹਾਡੀ ਗੱਲ ਠੀਕ ਹੈ, ਇਹ ਰਾਹ ਆਸਾਨ ਨਹੀਂ, ਇਹ ਪੈਂਡਾ ਵਿਖੜਾ ਹੈ, ਵਿਖਮ ਆ। ਪਰ ਅਗਲੀ ਗੱਲ ਵੀ ਇਹ ਹੈ ਕਿ ਕਈ ਸਿੱਖ ਬੁੱਧੀਜੀਵੀ ਮੌਕਾ ਬ ਮੌਕਾ ਕਹਿੰਦੇ ਰਹੇ ਆ ਕਿ ਜਿਹੜੀ ਵੱਖ-ਵੱਖ ਸੂਬਿਆਂ ਦੀ ਵੱਖ-ਵੱਖ ਸ਼ਹਿਰਾਂ ਦੀ ਪੋਲਿਟਿਕਸ ਹੈ, ਉਹਦੇ ਵਿੱਚ ਤੁਸੀਂ ਉਹਨਾਂ ਨੂੰ ਉੱਥੋਂ ਦੀ ਸਹੂਲਤ ਅਨੁਸਾਰ ਸਿੱਖਾਂ ਨੂੰ ਫੈਸਲੇ ਲੈਣ ਦਾ ਹੱਕ ਦਿਓ। ਉਹਨੇ ਕਿਹਦੇ ਨਾਲ ਜਾਣਾ? ਮਤਲਬ ਜੇ ਪੰਜਾਬ ਦੇ ਵਿੱਚ
ਤੁਸੀਂ ਬੀਜੇਪੀ ਦੇ ਨਾਲ ਹੀ ਚੱਲਦੇ ਹੋ ਤਾਂ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਦਿੱਲੀ ਵਾਲਿਆਂ ਨੂੰ ਬੀਜੇਪੀ ਨਾਲ ਜੋੜ ਦਿਓ, ਹਰਿਆਣੇ ਵਾਲਿਆਂ ਨੂੰ ਜੋੜ ਦਿਓ ਔਰ ਤੁਸੀਂ ਬੰਬੇ ਜਾਂ ਬਾਕੀ ਹੋਰ ਜਗ੍ਹਾ ਦੇ ਉੱਤੇ ਵੀ ਤੁਸੀਂ ਇਸ ਤਰ੍ਹਾਂ ਦੀ ਗੱਲ ਕਰੋ। ਤੁਸੀਂ ਸਥਾਨਕ ਪੱਧਰ ਦੀ ਜਿਹੜੀ ਸਿਆਸਤ ਆ ਉਹਨੂੰ ਉਹਨਾਂ ਦੇ ਫੈਸਲੇ ਲੈਣ ਦੇ ਉੱਤੇ ਛੱਡ ਦਿਓ ਤੇ ਸਿਧਾਂਤਕ ਅਕਾਲ ਤਖਤ ਸਾਹਿਬ ਜਾਂ ਬਾਕੀ ਵੱਡੇ ਮਾਮਲੇ ਜਿਹੜੇ ਸਿੱਖਾਂ ਦੇ ਸਾਂਝੇ ਆ ਉਹਨਾਂ ਦੇ ਤੁਸੀਂ ਇੱਕ ਤਰ੍ਹਾਂ ਦੀ ਗੱਲ ਕਰੋ। ਇਹ ਰੌਲੇ ਹੌਲੀ ਹੌਲੀ ਅੱਡ ਲੋਕ ਕਿਉਂ ਹੋਏ? ਇਹ ਤਾਂ ਹੁਣ ਸਥਿਤੀ ਕਲੀਅਰ ਹੋ ਰਹੀ ਹੈ ਕਿ ਤੁਸੀਂ ਉਹਨਾਂ ਨੂੰ ਬੰਨ ਕੇ ਰੱਖਣਾ ਚਾਹੁੰਦੇ ਸੀ, ਪਰ ਸਮਾਂ ਕਦੇ ਵੀ ਕਿਸੇ ਨਾਲ ਇੰਨੀ ਵਫਾ ਨਹੀਂ ਕਰਦਾ। ਸਰਦਾਰ ਜਗਤਾਰ ਸਿੰਘ ਜੀ, ਹੁਣ ਸਵਾਲ ਇਹ ਆ ਕਿ ਕੀ ਜੇ ਮੰਨ ਲਓ, ਹਾਈਪੋਥੈਟੀਕਲ ਹੈ ਇਹ, ਬਿਲਕੁਲ ਮਨ ਇੱਛਤ ਜਿਹਾ ਇੱਕ ਸਵਾਲ ਆ ਜਿਹਨੂੰ ਆਪਾਂ ਬਣਾ ਲੈਂਦੇ ਆ, ਇਹਦੀ ਕੋਈ ਆਧਾਰ ਨਹੀਂ ਹੈ ਕਿ ਜੇ ਮੰਨ ਲਓ ਅਕਾਲੀ ਦਲ ਹਰਿਆਣੇ ਦੇ ਵਿੱਚ ਸਫਲ ਹੋ ਜਾਂਦਾ ਜਾਂ ਕਾਫੀ ਵੱਡੀ ਧਿਰ ਵਜੋਂ ਉੱਭਰ ਆਉਂਦਾ ਹੈ ਤਾਂ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਮੌਜੂਦਾ ਸਰੂਪ ਵਾਲਾ ਅਕਾਲੀ ਦਲ ਕੀ ਪੰਜਾਬ ਪੋਲਿਟਿਕਸ ਵਿੱਚ ਤਰਕਸੰਗਤ ਹੋ ਜਾਊਗਾ, ਪੂਰੀ ਤਰ੍ਹਾਂ ਪ੍ਰਸੰਗਕ ਹੋ ਜਾਊਗਾ? ਕੀ ਇਹ ਅਗਲੀ ਸੱਤਾ ਜਿਹੜੀ ਹੈ 27 ਵਾਲੀ, ਉਸ ਤੋਂ ਪਹਿਲਾਂ ਅਕਾਲੀ ਦਲ ਬਾਕੀਆਂ ਦੇ ਮੁਕਾਬਲੇ ਬਿਹਤਰ ਸਥਿਤੀ 'ਚ ਆ ਜਾਊਗਾ? ਮੈਂ ਪਹਿਲਾਂ ਤਾਂ ਇਹ ਜਿਹੜਾ ਸਵਾਲ ਤੁਸੀਂ ਪੁੱਛਿਆ ਨਾ, ਮੈਂ ਅਕਾਲੀ ਦਲ ਦੇ ਲੀਡਰਾਂ ਨੂੰ ਬਿਨਾਂ ਕੋਟ ਕੀਤਿਆਂ ਉਹਨਾਂ ਦੇ ਵਿਊਜ਼ ਸਪਸ਼ਟ ਕਰ ਦਿੰਦਾ। ਮੈਂ ਗ੍ਰਾਸ ਰੂਟ ਤੇ ਵੀ ਇਹਨਾਂ ਦੇ ਐਕਟਿਵਿਸਟ ਨਾਲ ਗੱਲ ਕੀਤੀ ਹੈ, ਡੀਪ ਪੰਜਾਬ ਦੇ ਵਿੱਚ, ਤੇ ਇਹਨਾਂ ਦੇ ਕੁਝ ਲੀਡਰ ਮਿਲਦੇ ਰਹੇ ਨੇ। ਸਾਰੀ ਉਮਰ ਹੋ ਗਈ ਵਿੱਚ ਇਸ ਪਾਰਟੀ ਦੇ ਵਿੱਚ ਤੁਰੇ ਫਿਰਦੇ ਆ, ਸੋ ਸਾਰੇ ਹੀ ਇਹ ਆਲਮੋਸਟ ਪਤਾ ਹੁੰਦਾ। ਇਹ ਕਿਸੇ ਨੂੰ ਆਸ ਨਹੀਂ ਲੀਡਰਾਂ ਨੂੰ ਵੀ ਜਿਹੜੀ ਇਸ ਵੇਲੇ ਦੀ ਸਿਚੁਏਸ਼ਨ ਹੈ ਉਹਦੇ ਵਿੱਚ ਬਿਨਾਂ ਕੋਈ ਇੰਟਰੋਸਪੈਕਸ਼ਨ ਕੀਤਿਆਂ, ਬਿਨਾਂ ਕੋਈ ਚੇਂਜ ਕੀਤਿਆਂ ਪਾਰਟੀ ਰਿਵਾਈਵ ਕੀਤੀ ਜਾ ਸਕੇ। ਦੇਖੋ, ਸਪੇਸ ਖਾਲੀ ਪਈ ਹੈ ਔਰ ਸਪੇਸ ਖਾਲੀ ਰਹਿੰਦੀ ਨਹੀਂ ਹੁੰਦੀ, ਇਹ ਕੁਦਰਤ ਦਾ ਵੀ ਅਸੂਲ ਹੈ, ਸਿੰਪਲ ਜਿਹਾ। ਪੰਜਾਬ ਨੂੰ ਇੱਕ ਤਕੜੇ ਅਕਾਲੀ ਦਲ ਦੀ ਲੋੜ ਹੈ ਔਰ ਮੈਂ ਇਹ ਗੱਲ ਵਾਰ-ਵਾਰ ਕਹਿਣਾ ਹੁੰਦਾ ਔਰ ਜ਼ੋਰ ਦੇ ਕੇ ਕਹਿਣਾ ਹੁੰਦਾ, ਤਕੜੇ ਅਕਾਲੀ ਦਲ ਦੀ ਹੋਣ ਅਣਹੋਂਦ ਪੰਜਾਬ ਨਹੀਂ, ਹਿੰਦੁਸਤਾਨ ਦੀ ਸਿਆਸਤ ਵਾਸਤੇ ਵੀ ਕੋਈ ਸ਼ੁਭ ਸ਼ਗਨ ਨਹੀਂ ਹੈ। ਸੋ ਇਹਦਾ ਇੱਕ ਤਕੜੇ ਅਕਾਲੀ ਦਲ ਦੀ ਪੰਜਾਬ ਨੂੰ ਬਹੁਤ ਲੋੜ ਹੈਗੀ ਹੈ। ਲੇਕਿਨ ਜਿਸ ਢੰਗ ਨਾਲ ਇਹ ਪਾਰਟੀ ਦਾ ਲੀਡਰਸ਼ਿਪ ਦਾ ਬਿਹੇਵੀਅਰ ਇਸ ਵੇਲੇ ਨਜ਼ਰ ਆ ਰਿਹਾ ਹੈ, ਜਿਹਦੇ ਵਿੱਚ ਇੰਟਰੋਸਪੈਕਸ਼ਨ ਦੀ ਗੁੰਜਾਇਸ਼ ਹੈ ਨਹੀਂ, ਉਹਨਾਂ ਨੂੰ ਲੱਗ ਹੀ ਨਹੀਂ ਰਿਹਾ ਵੀ ਅਸੀਂ ਕੋਈ ਗਲਤੀਆਂ ਕੀਤੀਆਂ। ਮੈਂ ਲਫ਼ਜ਼ ਗਲਤੀਆਂ ਨਹੀਂ, ਮੈਂ ਗੁਨਾਹਾਂ ਦੀ ਗੱਲ ਕਰਦਾ ਹੁੰਦਾ। ਇਹਨਾਂ ਨੂੰ ਤਾਂ ਗਲਤੀਆਂ ਵੀ ਨਹੀਂ ਲੱਗਦੀਆਂ। ਜੇ ਗਲਤੀਆਂ ਵੀ ਨਹੀਂ ਲੱਗਦੀਆਂ ਤਾਂ ਫਿਰ ਇਹ ਪ੍ਰੂਵ ਕੀ ਕਰਨਗੇ? ਜੇ ਉਹ ਸਪੇਸ ਖਾਲੀ ਰਹਿੰਦੀ ਹੈ ਤੇ ਲਾਜ਼ਮੀ ਹੈ ਕਿ ਦੇਖਣਾ ਪਏਗਾ ਸਪੇਸ ਕੌਣ ਲੈਂਦਾ। 2022 ਦੀ ਇਲੈਕਸ਼ਨ ਨੇ ਇੱਕ ਜਵਾਬ ਦਿੱਤਾ ਸੀਗਾ ਕਿ ਸਪੇਸ ਜਿਹੜੀ ਸੀ ਉਹ ਕਿੱਧਰ ਨੂੰ ਉਲ ਰਹੀ ਹੈ। ਲੋਕਾਂ ਨੇ ਇੱਕ ਕਿਸੇ ਹੋਰ ਸਿਚੁਏਸ਼ਨ ਦੇ ਵਿੱਚ ਹੋਰ ਲੋਕਾਂ ਤੇ ਆ ਕੇ ਆਪਣਾ ਟਰਸਟ ਪ੍ਰਗਟ ਕੀਤਾ। ਉਹ ਵੱਖਰੀ ਗੱਲ ਹੈ ਕਿ ਉਹ ਖਰੇ ਉਤਰਦੇ ਕਿ ਨਹੀਂ ਉਤਰਦੇ, ਲੇਕਿਨ ਸਿੱਖ ਜਗਤ ਦੀਆਂ ਸਮੱਸਿਆਵਾਂ ਆਪਣੀਆਂ ਹੈ ਤੇ ਉਹ ਬਿਲਕੁਲ ਵੱਖਰੀ ਤਰ੍ਹਾਂ ਦੀਆਂ ਹੁੰਦੀਆਂ। ਉਹਨਾਂ ਨੂੰ ਕਿਵੇਂ ਟੈਕਲ ਕਰਨਾ ਹੈ, ਕਿਵੇਂ ਫੇਸ ਕਰਨਾ ਹੈ, ਉਹਨਾਂ ਨੂੰ ਕਿਵੇਂ ਰਿਜ਼ਾਲਵ ਕਰਨਾ ਹੈ ਜੀ, ਇਸ਼ੂ ਉਹ ਹੈ। ਤੇ ਉਹਦੇ ਵਾਸਤੇ ਇੱਕ ਦੀ ਬਹੁਤ ਲੋੜ ਹੈ। ਸਿੱਖ ਸੰਸਥਾਵਾਂ ਤਕੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇੱਕ ਮਜ਼ਬੂਤ ਅਕਾਲੀ ਦਲ, ਮੈਂ ਉਹਨਾਂ ਦੇ ਲੀਡਰਾਂ ਦੀ ਗੱਲ ਨਹੀਂ ਕਰਦਾ। ਇਹ ਤਿੰਨੇ ਸੰਸਥਾਵਾਂ ਦਾ ਮਜ਼ਬੂਤ ਹੋਣਾ ਸਿੱਖਾਂ ਵਾਸਤੇ ਬਹੁਤ ਲਾਜ਼ਮੀ ਹੈ। ਗੱਲ ਤੁਸੀਂ ਕੀਤੀ ਹੈ ਰਿਵਾਈਵਲ ਦੀ, ਅਕਾਲੀ ਦਲ ਦੇ ਰਿਵਾਈਵਲ ਨਾਲ ਹੀ ਇਹ ਸੰਸਥਾਵਾਂ ਮਜ਼ਬੂਤ ਹੋ ਸਕਦੀਆਂ ਹੈ ਔਰ ਉਹਦੇ ਵਾਸਤੇ ਇੰਟਰੋਸਪੈਕਸ਼ਨ ਦੀ ਬਹੁਤ ਲੋੜ ਹੈਗੀ ਹੈ। ਨਹੀਂ ਤਾਂ ਇੱਕ ਝੋਲਾ ਹੋਰ ਉੱਠੇਗਾ, ਚੱਲੇਗਾ ਕੁਝ ਦੇਰ, ਹੋ ਸਕਦਾ ਹੈ ਉਹਦੇ ਵਿੱਚੋਂ ਇੱਕ ਨਵੀਂ ਸਿਆਸਤ ਅਕਾਲੀ ਦਲ ਦੀ ਪੈਦਾ ਹੋਵੇ ਤੇ ਨਵੀਂ ਲੀਡਰਸ਼ਿਪ ਪੈਦਾ ਹੋਵੇ। ਪਤਾ ਨਹੀਂ ਰਹਿੰਦਾ ਹੁੰਦਾ ਇਹ ਕਿੰਨੀ ਦੇਰ ਇਹ ਇਸ ਤਰ੍ਹਾਂ ਸਿਸਟਮ ਚੱਲੇਗਾ। ਟੋੜਾ ਸਾਹਿਬ ਜਿਹੜੇ ਬਾਹਰ ਦੇ ਸਿੱਖ ਉਹਨਾਂ ਨੇ ਗੱਲ ਕਹਿੰਦੇ ਹੁੰਦੇ ਸੀ ਕਿ ਵੀ ਤੁਹਾਡੇ ਇੰਟਰਸਟ ਤੇ ਪੰਜਾਬ ਦੇ ਅਕਾਲੀ ਦਲ ਦੇ ਇੰਟਰਸਟ ਵੱਖਰੇ। ਤੁਹਾਡੀ ਤਾਂ ਪਹੁੰਚ ਇਹ ਹੋਣੀ ਚਾਹੀਦੀ ਹੈ ਬਈ ਜਿੱਥੋਂ ਤੁਹਾਨੂੰ 2 ਪੈਸੇ ਦਾ ਫਾਇਦਾ ਹੋ ਸਕਦਾ ਹੈ ਤੁਸੀਂ ਉਹ ਅਰੇਂਜਮੈਂਟ ਆਪਣਾ ਆਪ ਕਰੋ। ਹਰਿਆਣੇ ਦੇ ਸਿੱਖਾਂ ਨੇ ਇਹ ਗੱਲ ਕੀਤੀ। ਜਿਹੜੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਇਹ ਉੱਥੋਂ ਦੇ ਸਿੱਖਾਂ ਦੀ ਮੰਗ ਸੀਗੀ ਔਰ ਖੂਬਸੂਰਤੀ ਇਹ ਹੈ ਕਿ ਜਿਹੜੇ ਸਿੱਖ ਲੀਡਰਾਂ ਨੇ ਇਹ ਮੰਗ ਕੀਤੀ ਉਹ ਉਸੇ ਖਾਨਦਾਨ ਦੇ ਵਿੱਚੋਂ ਹੈ, ਕਰਤਾਰ ਸਿੰਘ ਝੱਬਰ ਦੇ, ਜਿਨ੍ਹਾਂ ਨੇ ਕਿਸੇ ਵੇਲੇ ਗੁਰਦੁਆਰਾ ਲਿਬਰੇਸ਼ਨ ਮੂਵਮੈਂਟ ਚਲਾਈ ਸੀਗੀ 1919 ਤੇ 1920 ਦੇ ਵਿੱਚ। ਉਹੀ ਲੋਕ ਇੱਥੇ ਆ ਕੇ ਵਸੇ ਸੀਗੇ 47 ਦੇ ਵਿੱਚ ਤੇ ਉਧਰੋਂ ਹੀ ਇਹ ਮੂਵਮੈਂਟ ਹਰਿਆਣੇ ਦੀ ਉੱਠੀ ਸੀ। ਇਹ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਇਹਨਾਂ ਦੀ ਬੈਕਗ੍ਰਾਉਂਡ ਹੀ ਪਤਾ ਹੋਣੀ ਚਾਹੀਦੀ ਹੈ।
ਸੋ ਤਾਂ ਮੈਂ ਕਿਹਾ ਸੀ ਵੀ ਇਹ ਕੀ ਏਜੰਡਾ ਲੈ ਕੇ ਜਾਣਗੇ ਹਰਿਆਣੇ ਦੇ ਵਿੱਚ। ਸੋ ਗੱਲ ਆਪਾਂ ਬਰਾਡ ਰਿਵਾਈਵਲ ਦੀ ਕਰ ਰਹੇ ਸੀਗੇ। ਰਿਵਾਈਵਲ ਵਾਸਤੇ ਜ਼ਰੂਰੀ ਹੈ ਕਿ ਜੋ ਕੁਝ ਪਿਛਲੇ 20 ਸਾਲ ਦੇ ਵਿੱਚ ਹੋਇਆ ਉਹ ਉਹਦੇ ਤੇ ਦੁਬਾਰਾ ਝਾਤ ਮਾਰੀ ਜਾਵੇ ਤੇ ਪਾਰਟੀ ਇੱਕ ਨਵੀਂ ਲਾਈਨ ਲੈ ਕੇ ਚੱਲੇ। ਇਹ ਮੌਕਾ ਪ੍ਰਸਤੀ ਨਹੀਂ ਬਈ ਅੱਜ ਤੁਸੀਂ ਕਹਿ ਰਹੇ ਪੰਥ ਦੀ ਅਸੀਂ ਗੱਲ ਕਰਦੇ ਹਾਂ, ਤੁਸੀਂ ਆਪਣਾ ਪਿਛਲਾ ਰਿਕਾਰਡ ਪਹਿਲਾਂ ਦਰੁਸਤ ਕਰੋ ਤੇ ਨਵੀਂ ਲਾਈਨ ਇਨ ਬਲੈਕ ਐਂਡ ਵਾਈਟ ਲੈ ਕੇ ਆਓ ਤੇ ਜੋ ਕੁਝ ਪਿੱਛੇ ਗਲਤੀਆਂ ਹੋਈਆਂ ਉਹਨਾਂ ਦੀ ਸਖਤ ਜਗਤ ਤੋਂ ਮਾਫੀ ਮੰਗੋ ਤੇ ਨਵੀਂ ਲੀਡਰਸ਼ਿਪ ਲੈ ਕੇ ਆਓ। ਜੀ ਸਰਦਾਰ ਹਰਮੀਤ ਸਿੰਘ ਜੀ, ਪੰਜਾਬ ਦੇ ਵਿੱਚ ਜ਼ਰੂਰਤ ਹੈ ਖੇਤਰੀ ਪਾਰਟੀ ਦੀ। ਪੰਜਾਬ ਦੇ ਖੇਤਰੀ ਮੁੱਦੇ ਬੁਰੀ ਤਰ੍ਹਾਂ ਅਣਗੌਲੇ ਨੇ, ਇਹਨਾਂ ਨੂੰ ਕੋਈ ਕਿਸੇ ਵੀ ਸਿਆਸਤ ਦਾ ਹਿੱਸਾ ਨਹੀਂ ਬਣਾਇਆ ਜਾ ਰਿਹਾ ਤੇ ਇਸੇ ਕਰਕੇ ਆਮ ਮੰਨਿਆ ਜਾਂਦਾ ਹੈ ਕਿ ਬੇਚੈਨੀ ਅੱਗੇ ਨਾਲੋਂ ਵਿਸਥਾਰ ਲੈ ਰਹੀ ਹੈ। ਵੈਸੇ ਮੈਂ ਅਕਾਲੀ ਦਲ ਦਾ ਜ਼ਿਕਰ ਨਹੀਂ ਇੱਥੇ ਕਰੂੰਗਾ, ਜਿਹੜਾ ਮੇਰਾ ਸਵਾਲ ਥੋੜਾ ਜਿਹਾ ਸਾਰਿਆਂ ਦੇ ਨਜ਼ਰੀਏ ਤੋਂ ਹੋਊਗਾ ਕਿ ਕੀ ਸਥਾਨਕ ਪੱਧਰ ਦੇ ਮਾਮਲਿਆਂ ਨੂੰ ਨਜਿੱਠਣ ਲਈ ਸਥਾਨਕ ਪੱਧਰ ਤੇ ਫੈਸਲੇ ਲੈਣ ਵਾਲੀ ਕੋਈ ਧਿਰ ਨੇੜ ਭਵਿੱਖ ਵਿੱਚ ਤੁਹਾਨੂੰ ਨਜ਼ਰ ਆਉਂਦੀ ਹੈ, ਕੋਈ ਖੜੀ ਹੋ ਸਕਦੀ ਹੈ? ਪੰਜਾਬ ਦੇ ਵਿੱਚੋਂ ਬੜੀ ਕਾਹਲੀ ਦੇ ਵਿੱਚ ਵੀ ਮੂਵਮੈਂਟ ਉੱਠਦੀਆਂ ਹੁੰਦੀਆਂ ਨੇ, ਲੀਡਰਸ਼ਿਪ ਵੀ ਬਣ ਜਾਂਦੀ ਹੈ। ਫਿਲਹਾਲ ਦਾ ਜਿਹੜਾ ਸੀਨ ਹੈ ਇਹਦੇ ਵਿੱਚ ਤੁਹਾਡੇ ਸਾਹਮਣੇ, ਕਿਉਂਕਿ ਬਹੁਤ ਲੰਬਾ ਚੌੜਾ ਨਹੀਂ ਆਪਾਂ ਜਾਣਾ, ਆਪਾਂ ਦੂਜੇ ਮੁੱਦੇ ਵੱਲ ਵੀ ਜਾਣਾ, ਤੁਹਾਡੀ ਆਸ ਕੀ ਹੈ? ਤੁਹਾਨੂੰ ਦੂਰ ਤੱਕ ਦੇਖਿਆ ਦਿਸਦਾ ਕੀ ਹੈ? ਧੁੰਦ ਹੈ, ਧੁੰਦਲਕਾ ਹੈ, ਧੂੜ ਹੈ, ਜਾਂ ਕੁਝ ਸਾਫ਼ ਵੀ ਨਜ਼ਰ ਆਉਂਦਾ? ਨਹੀਂ, ਫਿਲਹਾਲ ਜਿਹੜੀਆਂ ਮੇਨ ਸਟ੍ਰੀਮ ਧਿਰਾਂ ਨੇ, ਟੋਟਲ ਪੋਲੀਟੀਕਲ ਧਿਰਾਂ, ਉਹਨਾਂ ਕੋਲ ਕੋਈ ਪੰਜਾਬ ਦਾ ਫਿਊਚਰ ਪ੍ਰੋਗਰਾਮ ਨਹੀਂ ਹੈ। ਕੋਈ ਹੋਪ ਦੇਣ ਦੇ ਕਾਬਲ ਧਿਰ ਫਿਲਹਾਲ ਨਹੀਂ ਹੈ ਪੰਜਾਬ ਦੀ ਯੂਥ ਨੂੰ, ਪੰਜਾਬ ਦੇ ਲੋਕਾਂ ਨੂੰ, ਕਿ ਆਹ ਹੈਗਾ ਤੇ ਅਸੀਂ ਇਹਦੇ ਤੇ ਲੜਾਂਗੇ। ਚਾਹੇ ਲੜਾਈ ਲੜਨੀ ਪਵੇ ਲੜਾਈ ਲੜਾਂਗੇ, ਵੋਟਾਂ ਲੈਣੀਆਂ ਪੈਣ ਵੋਟਾਂ ਲਵਾਂਗੇ, ਬਾਕੀ ਚੀਜ਼ਾਂ ਜੋ, ਕਿਉਂਕਿ ਸਾਡੀਆਂ ਪਾਰਟੀਆਂ ਲੜਾਈ ਔਰ ਅੰਦੋਲਨ ਦਾ ਮਾਮਲਾ ਤਾਂ ਬਿਲਕੁਲ ਛੱਡ ਹੀ ਗਈਆਂ ਨੇ। ਸੜਕ ਦੀ ਜਿਹੜੀ ਸਿਆਸਤ ਹੁੰਦੀ ਹੈ ਨਾ, ਜਿਹੜੀ ਲੋਕਾਂ ਨੂੰ ਮੋਬਿਲਾਈਜ਼ ਕਰਦੀ ਹੈ ਤੇ ਲੋਕਾਂ ਨੂੰ ਉਸ ਏਜੰਡੇ ਤੇ ਪ੍ਰਪੇਅਰ ਕਰਦੀ ਹੈ ਤੇ ਕੱਲੇ ਬੰਦੇ ਤੱਕ ਉਹ ਗੱਲ ਲਿਜਾਂਦੀ ਹੈ ਕਿ ਹਾਂ ਆਪਾਂ ਨੂੰ ਇਸ ਗੱਲ ਤੇ ਆਪਾਂ ਸਟੈਂਡ ਕਰਨਾ ਹੈ, ਇੱਕ ਸੁਰ ਕਰਦੀ ਹੈ ਜਿਹੜੀ ਟੋਟਲ ਭਾਈਚਾਰੇ ਨੂੰ, ਟੋਟਲ ਕੌਮ ਨੂੰ, ਟੋਟਲ ਸਟੇਟ ਨੂੰ। ਉਸ ਪੱਧਰ ਦੀ ਜਿਹੜੀ ਸਰਗਰਮੀ ਹੁੰਦੀ ਹੈ, ਉਹ ਸਰਗਰਮੀ ਤਾਂ ਵੈਸੇ ਹੀ ਵਿਸੇਗਾ ਗਾਇਬ। ਹੁਣ ਲੀਡਰਸ਼ਿਪ, ਉਸ ਲੀਡਰਸ਼ਿਪ ਦੀ ਜਿਹੜੀ ਉਹ ਥੋੜੇ ਬਹੁਤ, ਕਿਉਂਕਿ ਇਹਨਾਂ ਗੱਲਾਂ 'ਚ ਟਾਈਮ, ਊਰਜਾ ਪਲੱਸ ਥੋੜਾ ਬਹੁਤ ਤਿਆਗ, ਕੁਰਬਾਨੀ, ਇਹ ਚੀਜ਼ਾਂ ਦੀ ਲੋੜ ਪੈਂਦੀ ਹੈ। ਉਹ ਚੀਜ਼ਾਂ ਗਾਇਬ ਨੇ ਹੁਣ। ਕੁਰਬਾਨੀ ਦਾ ਸਿਸਟਮ, ਬਾਕੀ ਚੀਜ਼ਾਂ ਇਹ ਖਤਮ ਨੇ ਫਿਲਹਾਲ ਤਾਂ ਇਸ ਮਾਮਲੇ 'ਚ। ਔਰ ਇਸੇ ਕਰਕੇ ਤਾਂ ਕੋਈ ਵੀ ਮੂਵਮੈਂਟ ਚੱਲੇ ਜੋ ਲੋਕਾਂ ਦਾ ਧਿਆਨ ਉਧਰ ਹੋ ਜਾਂਦਾ। ਕਿਸਾਨ ਮੂਵਮੈਂਟ ਚੱਲੀ, ਉਹਨਾਂ ਨੂੰ ਸਭ ਕੁਝ ਉਹਦੇ ਚੋਂ ਲੱਭਣ ਲੱਗ ਗਏ ਵੀ ਸਾਰਾ ਕੁਝ ਹੀ ਸ਼ਾਇਦ ਇਹ ਦੇ ਦੇਣ। ਕੱਲ ਨੂੰ ਕੋਈ ਹੋਰ ਮੂਵਮੈਂਟ ਵੀ ਹੈ, ਸਭ ਕੁਝ ਉਹ ਚੋਂ ਲੱਭਣਗੇ, ਕਿਉਂਕਿ ਇਧਰੋਂ ਨਾ ਉਮੀਦੀ ਹੈ, ਹੋਪਲੈਸਨੈਸ ਜਿਹਨੂੰ ਆਪਾਂ ਕਹਿੰਦੇ ਆ। ਇਹ ਬਹੁਤ ਜਿਹੜਾ ਹਾਲਾਤ ਹੁੰਦੇ ਨੇ, ਇਹ ਬਹੁਤ ਦਰਦਨਾਕ ਤੇ ਚਿੰਤਾਜਨਕ ਹੁੰਦੇ ਨੇ ਜਦੋਂ ਹੋਪਲੈਸਨੈਸ ਹੁੰਦੀ ਹੈ। ਉਹ 'ਚ ਬੰਦੇ ਆਪਣੇ ਆਪ ਨਾਲ ਵੀ ਤਸੱਦਦ ਕਈ ਵਾਰ ਕਰ ਲੈਂਦੇ ਨੇ ਤੇ ਜਾਂ ਦੂਜੇ ਪਾਸੇ ਵੀ ਜਾ ਸਕਦੇ ਨੇ। ਜਿਹੜੀ ਫਰਸਟ੍ਰੇਸ਼ਨ ਹੁੰਦੀ ਹੈ, ਨਿਰਾਸ਼ਤਾ, ਉਹ ਕੋਈ ਵੀ ਰਸਤਾ ਅਡਾਪਟ ਕਰ ਲੈਂਦੀ ਹੈ ਕਈ ਵਾਰ ਜਦੋਂ ਤੁਸੀਂ ਉਸ ਪਾਸੇ ਵੱਲ ਜਾਂਦੇ ਹੋ। ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਜਿਹੜੀ ਵੀ ਧਿਰ ਆਉਣਾ ਚਾਹੁੰਦੀ ਹੈ, ਪਹਿਲਾਂ ਉਹ ਨਿਸ਼ਾਨਦੇਹੀ ਕਰੇ ਪੰਜਾਬ ਦੀ ਇਮੀਡੀਏਟ ਲੋੜ ਕੀ ਹੈ, ਕਿਹੜੇ ਏਜੰਡਾ ਤੇ ਕਿਹੜੀ ਗੱਲ ਹੈ ਜਿਹੜੀ ਇਮੀਡੀਏਟ ਹੈ, ਜਿਹਦੇ ਤੇ ਲੋਕਾਂ ਨੂੰ ਮੋਬਿਲਾਈਜ਼ ਕਰਨਾ ਪਊਗਾ, ਤਾਂ ਜਾ ਕੇ ਲੋਕ ਮੋਬਿਲਾਈਜ਼। ਦੂਜੀ ਗੱਲ ਉਹ ਆਪਣਾ ਪੂਰਾ ਆਚਰਣ ਲੋਕਾਂ ਦੇ ਸਾਹਮਣੇ ਬਦਲ ਕੇ ਦਿਖਾਉਣਾ ਪਊਗਾ ਉਹਨੂੰ। ਜਿਹੜਾ ਬ੍ਰਾਂਡ ਪਿੱਟ ਜਾਂਦਾ ਨਾ ਇੱਕ ਵਾਰ, ਤੇ ਉਹ ਬ੍ਰਾਂਡ ਬਾਰ-ਬਾਰ ਨਹੀਂ ਵਿਕਦਾ ਮਾਰਕੀਟ ਦੇ ਵਿੱਚ ਵੀ, ਜੇ ਤੁਸੀਂ ਕਮਰਸ਼ੀਅਲ ਐਂਗਲ ਤੋਂ ਵੀ ਲਓ। ਬ੍ਰਾਂਡ ਦਾ ਨਾਮ, ਬ੍ਰਾਂਡ ਦਾ ਰੰਗ ਰੂਪ, ਬ੍ਰਾਂਡ ਦਾ ਸਭ ਚੀਜ਼ਾਂ ਕਈ ਵਾਰ ਮਤਲਬ ਤਬਦੀਲ ਕਰਨੀਆਂ ਪੈਂਦੀਆਂ ਨੇ ਉਸ ਪੱਧਰ ਦੇ ਉੱਤੇ। ਜਾਂ ਇਹ ਦਿਖਾਉਣਾ ਪੈਂਦਾ ਕਿ ਬ੍ਰਾਂਡ ਚਾਹੇ ਉਹੀ ਹੈ, ਪਰ ਹੁਣ ਨਵੀਂ ਸੋਚ, ਨਵੇਂ ਲੋਕ, ਨਵੇਂ ਤਰੀਕੇ ਦੇ ਲੋਕ ਆ ਗਏ ਨੇ ਉਹਦੇ 'ਚ। ਕੋਈ ਗੱਲ ਨਹੀਂ, ਹੁਣ ਇਹ ਬ੍ਰਾਂਡ ਚੱਲ ਸਕਦਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਜੇ ਲੋਕ ਵੀ ਉਹੀ ਰਹਿਣ, ਮੈਨੇਜਰ ਵੀ ਉਹੀ ਰਹਿਣ, CEO ਵੀ ਉਹੀ ਰਹਿਣ, ਬ੍ਰਾਂਡ ਵੀ ਉਹੀ ਰਹੇ, ਤੌਰ ਤਰੀਕਾ ਵੀ ਉਹੀ ਰਹੇ, ਫਿਰ ਚੱਲਣਾ ਬੜਾ ਮੁਸ਼ਕਲ ਕੰਮ ਇਸ ਪੱਧਰ ਤੇ ਹੋ ਜਾਂਦਾ। ਇੱਕੋ ਇੱਕ ਉਮੀਦ ਹੈ ਕਿ ਅਜੇ ਪੰਜਾਬ ਦੇ ਲੋਕਾਂ ਦੇ ਅੰਦਰ ਕਿਸਾਨ ਅੰਦੋਲਨ ਤੋਂ ਬਾਅਦ ਇੱਕ ਜਾਗਰੂਕਤਾ ਹੈਗੀ ਹੈ ਤੇ ਉਹਨਾਂ ਨੂੰ ਇੰਨਾ ਕੁ ਲੱਗਦਾ ਜੇ ਕੋਈ ਨਹੀਂ ਤੁਹਾਡਾ ਕਰਦਾ ਤਾਂ ਆਪ ਇਕੱਠੇ ਹੋ, ਐਜੀਟੇਟ ਕਰੋ, ਆਪਣੇ ਮੁੱਦੇ ਤੇ ਲੜੋ। ਕਈ ਵਾਰ ਇਹ ਸੰਭਾਵਨਾ ਇਹਦੇ ਵਿੱਚੋਂ ਹੀ ਕੋਈ ਨਾ ਕੋਈ ਚੀਜ਼ ਜਨਮ ਲੈਂਦੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਪਰ ਉਹਨੂੰ ਜਦੋਂ ਪੈਦਾ ਹੁੰਦੇ ਨੇ ਅੰਦੋਲਨ, ਤਾਂ ਇਸ ਲਾਇਕ ਇੱਕ ਲੀਡਰਸ਼ਿਪ ਦੀ ਲੋੜ ਪੈਂਦੀ ਹੈ ਜਿਹੜੀ ਉਹਨੂੰ ਟੋਟਲੀ ਕਿਸੇ ਅੰਜਾਮ ਤੱਕ ਪਹੁੰਚਾ ਸਕੇ, ਉਹਦਾ ਰਾਜਨੀਤੀਕਰਨ ਵੀ ਕਰ ਸਕੇ, ਉਸ ਪਾਸੇ ਵੱਲ ਉਹਨੂੰ ਪੋਲੀਟੀਕਲ ਸ਼ੇਪ ਦੇ ਸਕੇ ਕਿਸੇ ਨਾ ਕਿਸੇ ਰੂਪ ਵਿੱਚ। ਕਿਸਾਨ ਅੰਦੋਲਨ 'ਚ ਵੀ ਇੱਕ ਵੱਡੀ ਕਮੀ ਰਹੀ ਕਿ ਐਡੇ ਅੰਦੋਲਨ ਦੇ ਬਾਵਜੂਦ ਉਹਨੂੰ ਪੋਲੀਟੀਕਲ ਸ਼ੇਪ ਨਹੀਂ ਦਿੱਤੀ ਜਾ ਸਕੀ ਕਿਸੇ ਮਾਮਲੇ 'ਚ, ਤਾਂ ਕਿ ਕੋਈ ਤਬਦੀਲੀ ਉਸ ਪੱਧਰ। ਉਹਦਾ ਫਾਇਦਾ ਆਪ ਨੂੰ ਹੋਇਆ। ਆਪ 92 ਜਿੱਤ ਕੇ ਇਹਨਾਂ ਨੂੰ ਲੱਗਣ ਲੱਗ ਗਿਆ ਵੀ ਹੁਣ ਤਾਂ ਅਸੀਂ ਤਾਂ ਸਾਰਾ ਕੁਝ ਹੀ ਆ, ਸਾਨੂੰ ਕਿਸੇ ਨੂੰ ਕੋਈ ਦੱਸਣ ਦੀ ਲੋੜ ਨਹੀਂ, ਕੋਈ ਪੁੱਛਣ ਦੀ ਲੋੜ ਨਹੀਂ, ਜੋ ਮਰਜ਼ੀ ਅਸੀਂ ਕਰਾਂਗੇ ਆਪਣੇ ਆਪ ਹੀ। ਐਵੇਂ ਨਹੀਂ ਚੱਲਦਾ ਜਿਹੋ ਜਿਹਾ ਖਲਾ ਪੈਦਾ ਹੋਇਆ ਹੈਗਾ।
ਇਸ ਕਰਕੇ ਇੱਕ ਹਾਲਾਤ ਦੁਬਦਾ ਵਾਲੇ ਤੇ ਧੁੰਦਲੇਪਨ ਵਾਲੇ ਦਿਖਾਈ ਦੇ ਰਹੇ ਨੇ ਉਸੇ ਪੱਧਰ ਦੇ ਉੱਤੇ। ਪਰ ਅਜੇ ਨਾਉਮੀਦੀ ਦੀ ਲੋਕਾਂ ਦੀ ਜਿਹੜੀ ਚਾਰਜ, ਲੋਕ ਪੰਜਾਬ ਦੇ ਲੋਕਾਂ ਦਾ ਜਿਹੜਾ ਇੱਕ ਕਰੈਕਟਰ ਹੈ ਹਿਸਟੋਰੀਕਲ, ਉਹ ਜ਼ਰੂਰ ਹੈ ਕਿ ਉਹ ਇੰਨੀ ਜਲਦੀ ਬੈਠਦਾ ਨਹੀਂ ਨਿਰਾਸ਼ ਹੋ ਕੇ, ਉਹ ਕੋਈ ਨਾ ਕੋਈ ਉਮੀਦ ਰੱਖਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ, ਕਿਉਂਕਿ ਬੇਸਿਕਲੀ ਇਹ ਕਿਸਾਨੀ ਪ੍ਰਭਾਵਿਤ ਹੈ ਤੇ ਸਿੱਖੀ ਪ੍ਰਭਾਵਿਤ ਹੈ। ਕਿਸਾਨ ਦੀ ਫਸਲ 10 ਵਾਰ ਵੀ ਮਰ ਜਾਏ, ਦੁਬਾਰਾ ਬੀਜਦਾ, ਉਹ ਤੋਂ ਨਿਰਾਸ਼ ਹੋ ਕੇ ਨਹੀਂ ਟਰਾਈ ਕਰਦਾ ਕਿ ਨਹੀਂ ਜੀ ਹੁਣ ਤਾਂ ਮਰ ਗਈ, ਸਿਰ ਫੜ ਕੇ ਬਹਿ ਜਾਓ, ਮੁੜ ਕੇ ਨਹੀਂ ਹੈ। ਉਹ ਅਗਲੇ ਦਿਨ ਚੱਲ ਪੈਂਦਾ ਕਿ ਜੇ ਨਹੀਂ ਬੱਤ ਆ ਗਈ ਤਾਂ ਆਪਾਂ ਕੁਝ ਕਰੀਏ। ਅੱਜ ਕਿੰਨੀ ਝੋਨਾ ਲਾਤਾ ਸੀ ਇਸ ਫਲੱਡ ਦੇ ਦੌਰਾਨ ਵੀ ਵਿੱਚ ਦੀ, ਤੋਂ ਦੁਬਾਰਾ ਆ ਗਿਆ, ਦੁਬਾਰਾ ਚਾਹੇ ਹਟ ਗਿਆ, ਉਹ ਇੱਕ ਅਲੱਗ ਪਹਿਲੂ ਹੈ ਤੇ ਲੋਕਾਂ ਨੇ ਸਾਜੋ ਸਮਾਨ ਇਕੱਠਾ ਕੀਤਾ। ਇਹ ਇੱਕ ਪਲੱਸ ਪੁਆਇੰਟ ਹੈ ਜੇਕਰ ਇਹਦੇ ਵਿੱਚ ਕੋਈ ਏਜੰਡਾ ਪਾਪੂਲਰ ਕਰਨ ਵਾਲੀ ਧਿਰ ਮਾਸ ਮੂਵਮੈਂਟ ਦੇ ਐਂਗਲ ਤੋਂ ਆਏ ਤੇ ਉਹਦੇ ਵਿੱਚੋਂ ਫਿਰ ਇੱਕ ਸਟਰਕਚਰ ਉਸ ਪੱਧਰ ਦਾ ਉੱਭਰੇ ਜਿਹੜਾ ਉਸ ਲੈਵਲ ਤੇ ਚੱਲਦਾ, ਤਾਂ ਜਾ ਕੇ ਆਉਂਦਾ। ਕੋਈ ਸਟਰਕਚਰ ਪਹਿਲਾਂ ਸ਼ੁਰੂਆਤੀ ਦੌਰ 'ਚ ਅਕਾਲੀ ਦਲ ਦਾ ਵੀ ਕੋਈ ਠੋਸ ਸਟਰਕਚਰ ਨਹੀਂ ਸੀ। ਕਾਂਗਰਸ ਜਦੋਂ ਆਈ ਆਜ਼ਾਦੀ ਦੀ ਮੂਵਮੈਂਟ ਦੇ ਵਿੱਚ, ਉਹ ਇੱਕ ਪਲੇਟਫਾਰਮ ਸੀ ਵੱਖ-ਵੱਖ ਸਮੂਹਾਂ ਦਾ, ਐਜ ਏ ਪਾਰਟੀ ਨਹੀਂ ਸੀ। ਕੰਸੋਲੀਡੇਟਡ ਪਾਰਟੀ ਉਹ ਬੜੀ ਦੇਰ ਬਾਅਦ ਆ ਕੇ ਬਣਦੀ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ, ਔਰ ਇਸ ਕਰਕੇ ਉਹ ਕਈ ਵਾਰ ਮਾਸ ਮੂਵਮੈਂਟਾਂ 'ਚੋਂ ਪਾਰਟੀਆਂ ਵੀ ਨਿਕਲਦੀਆਂ ਨੇ। ਕਈ ਵਾਰ ਕੋਈ ਪਾਰਟੀ ਬਣ ਕੇ ਮਾਸ ਮੂਵਮੈਂਟ ਬਣਾਵੇ, ਉਹ ਅਲੱਗ ਹੈ। ਹੁਣ ਰੋਲ ਪਾਰਟੀਆਂ ਰਹਿ ਗਈਆਂ, ਮੂਵਮੈਂਟ ਗਾਇਬ ਹੋ ਗਈ ਉਹਦੇ 'ਚ ਜੀ। ਉਹ ਮੂਵਮੈਂਟ ਨਾਲ ਕੌਣ ਤੋਰੂਗਾ, ਕਿਸ ਲਿਹਾਜ਼ ਨਾਲ ਤੁਰੇਗੀ, ਉਹ ਸਭ ਤੋਂ ਬੜਾ ਇੱਕ ਸੋਚਣ ਦਾ ਸਵਾਲ ਹੈ। ਉਹਦੇ 'ਚ ਸੰਤੁਲਨ ਬਣਾਉਣਾ ਇੱਕ ਆਉਣ ਵਾਲੇ ਫਿਊਚਰ ਦਾ ਜਿਹੜਾ ਦੇਖਣ ਦੀ ਗੱਲ ਹੈ ਕਿ ਕੋਈ ਬਣਾ ਸਕੂਗੀ ਤੇ ਜਾਂ ਨਹੀਂ ਬਣਾ ਸਕੂਗੀ। ਡਿਸਕ੍ਰੈਡਿਟ ਲੀਡਰ ਮੂਵਮੈਂਟ ਨਹੀਂ ਬਣਾ ਸਕਣਗੇ। ਮੂਵਮੈਂਟ 'ਚੋਂ ਪੈਦਾ ਹੋਈ ਕੋਈ ਧਿਰ, ਚਾਹੇ ਉਹਨਾਂ ਹੀ ਲੀਡਰਾਂ ਦੇ ਵਿੱਚੋਂ ਕੋਈ ਹੋਰ ਬੰਦੇ ਵੀ ਹੋ ਸਕਦੇ ਨੇ, ਉਹਨਾਂ ਹੀ ਪਾਰਟੀਆਂ 'ਚੋਂ ਵੀ ਕੋਈ ਹੋ ਸਕਦੇ ਨੇ ਜਿਨ੍ਹਾਂ ਤੇ ਭਰੋਸਾ ਹੋਏ ਥੋੜਾ ਬਹੁਤ, ਜਿਹੜੇ ਇੱਕ ਏਜੰਡਾ ਲੈ ਕੇ ਸਾਫ਼ ਸੁਥਰੇ ਦਾਮਨ ਨਾਲ ਚੱਲਣ ਥੋੜਾ ਬਹੁਤ, ਸ਼ਾਇਦ ਉਹਦੇ 'ਚ ਕੋਈ ਫਰਕ ਹੋਵੇ। ਪਰ ਏਜੰਡੇ ਦੀ ਕਲੈਰਿਟੀ ਤੋਂ ਬਿਨਾਂ ਗੱਲ ਨਹੀਂ ਹੋਏਗੀ। ਕਦੇ ਅੱਜ ਆਹ ਗੱਲ ਕਰਤੀ, ਕੱਲ ਨੂੰ ਦੂਜੀ, ਪਰਸੋਂ ਨੂੰ ਤੀਜੀ, ਤੁਰੰਤ ਅਗਲੇ 4 ਸਾਲ 'ਚ ਪੰਜਾਬ ਨੂੰ ਕੀ ਚਾਹੀਦਾ, ਉਹਦੇ ਬਾਰੇ ਕਲੈਰਿਟੀ ਹੋਣੀ ਬੜੀ ਜ਼ਰੂਰੀ। ਤੁਸੀਂ ਜ਼ਿਕਰ ਕੀਤਾ ਨਿਰਾਸ਼ਾ ਨਾ ਉਮੀਦੀ ਦਾ, ਮੈਂ ਪਾਤਰ ਸਾਹਿਬ ਦੀਆਂ ਸਤਰਾਂ ਨਾਲ ਅਗਲੇ ਮੁੱਦੇ ਵੱਲ ਜਾਣਾ ਚਾਹੂੰਗਾ ਕਿ ਜੇ ਆਈ ਪੱਤ ਝੜ ਤਾਂ ਫੇਰ ਕੀ ਆ, ਤੂੰ ਅਗਲੀ ਰੁੱਤ 'ਚ ਯਕੀਨ ਰੱਖੀ, ਮੈਂ ਲੱਭ ਕੇ ਲਿਆਉਣਾ ਕਲਮਾ ਕਿਤਿਓਂ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ। ਮੈਂ ਸਰਦਾਰ ਜਗਤਾਰ ਸਿੰਘ ਜੀ ਆਪਣੇ ਗੁਆਂਢੀ ਸੂਬੇ ਦੇ ਮੁੱਖ ਮੰਤਰੀ ਦੇ ਸ਼ਬਦਾਂ ਨੂੰ ਚਿੱਥਣ ਦਾ ਯਤਨ ਕਰ ਰਿਹਾ ਸੀ। ਆਖਰ ਉਹਨਾਂ ਦੇ ਅਰਥ ਕੀ ਨੇ? ਐਨ ਉਹਨਾਂ ਦੇ ਪਿੱਛੇ ਨੂੰਹ ਦੇ ਵਿੱਚ ਜੋ ਵਾਪਰਿਆ ਤੇ ਐਨ ਉਹਨਾਂ ਦੇ ਸਾਹਮਣੇ ਅਗਲਿਆਂ ਨੇ ਸਾਫ਼ ਕਿਹਾ ਕਿ ਸਾਨੂੰ ਸਰਕਾਰੀ ਪਰਮਿਸ਼ਨ ਦੀ ਲੋੜ ਹੈ ਨਹੀਂ, ਅਸੀਂ ਤਾਂ ਮਾਰਚ ਕੱਢਾਂਗੇ, ਤੇ ਉਹ ਕਹਿ ਰਿਹਾ ਕਿ ਅਸੀਂ ਕੱਢਣ ਨਹੀਂ ਦੇਣਾ। ਹਰਿਆਣਾ 2-3 ਵਾਰੀ ਬਲਿਆ ਤੇ ਉਹ ਬੜੇ ਹੁੱਬ ਕੇ ਕਹਿ ਰਹੇ ਨੇ ਕਿ ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਠੀਕ ਨਹੀਂ ਹੈ। ਸੱਚ ਹੀ ਹੈ ਜੀ, ਇਹ ਠੀਕ ਨਹੀਂ ਹੈ। ਹੁਣ ਜੇ ਕੰਪੈਰੀਜ਼ਨ 'ਚ ਜਾਈਏ ਤਾਂ ਕੋਈ ਇੱਕ ਸਧਾਰਨ ਜਿਹੇ ਬੰਦੇ ਨੂੰ ਉਹਨੂੰ ਕਹਿ ਦਿਓ ਵੀ ਇਹ ਤੁਲਨਾ ਕਰਕੇ ਦਿਖਾਵੇ, ਮੇਰਾ ਖਿਆਲ ਇਸ ਤਰ੍ਹਾਂ ਦੀ ਗੱਲ ਕਰਨੀ। ਔਰ ਦੂਜੇ ਬੰਨੇ ਗਵਰਨਰ ਸਾਹਿਬ ਦੇ 2-3 ਦਿਨ ਪਹਿਲਾਂ ਦੇ ਸਾਰੇ ਇਹ ਮਾਮਲੇ ਕਿੱਦਾਂ ਜੋੜੀਏ ਇਹਨਾਂ ਨੂੰ? ਸੱਤਾ ਇੱਕ ਹੀ ਲਾਈਨ 'ਚ ਖੜੀ ਨਜ਼ਰ ਆਉਂਦੀ ਹੁੰਦੀ ਹੈ ਤੇ ਉਹ ਗਾਏ ਬਗਾਏ ਆ ਹੀ ਜਾਂਦੀ ਹੈ। ਸਾਡੇ ਮੁੱਖ ਮੰਤਰੀ ਸਾਹਿਬ ਗਵਰਨਰ ਨੂੰ ਤੇ ਜਵਾਬ ਦਿੰਦੇ ਨੇ, ਪਰ ਉਹਨਾਂ ਹੁੱਬ ਕੇ ਸਿਆਸੀ ਨਜ਼ਰੀਏ ਤੋਂ ਕੱਲ ਪੇਸ਼ ਨਹੀਂ ਸੀ ਹੋਏ। ਸੋ ਇਹ ਸਿਆਸਤ ਦਾ ਇੱਕ ਹਿੱਸਾ ਹੈ ਕਿ ਇਹ ਕੋਈ ਡਿਜ਼ਾਈਨ ਹੈ, ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਕੀ ਇਹ ਸੱਚਮੁੱਚ ਹੀ ਡਿਜ਼ਾਈਨ ਹੈ? ਕੀ ਕਹਿੰਦੇ? ਮੈਂ ਕਿਸੇ ਹੋਰ ਪੁਆਇੰਟ ਤੋਂ ਸ਼ੁਰੂ ਕਰਦਾ ਇਹ ਡਿਬੇਟ ਜੀ। ਯੂਪੀ ਦੇ ਇੱਕ ਸਕੂਲ ਦੀ ਵੀਡੀਓ ਆਈ ਪਿੰਡ ਦੀ, ਜਿਹਦੇ 'ਚ ਇੱਕ ਟੀਚਰ ਕਹਿ ਰਹੀ ਹੈ ਇੱਕ ਬੱਚੇ ਨੂੰ ਖੜਾ ਕਰਕੇ ਦੂਜਿਆਂ ਨੂੰ ਕਿ ਇਹਨੂੰ ਤੁਸੀਂ ਜ਼ੋਰ ਦੀ ਥੱਪੜ ਮਾਰੋ, ਇਹ ਮੁੰਡਾ ਮੁਸਲਮਾਨਾਂ ਦਾ ਹੈ ਤੇ ਇਹਨੇ ਸਕੂਲ ਕੰਮ ਨਹੀਂ ਕਰਦਾ, ਪੜ੍ਹਦਾ ਨਹੀਂ। ਉਹ ਵੀਡੀਓ ਵਾਇਰਲ ਹੋ ਗਈ। ਹੁਣ ਮੁਸਲਮਾਨ ਕਹਿ ਕੇ ਟੀਚਰ ਦੂਜੇ ਬੱਚਿਆਂ ਤੋਂ ਉਹਨੂੰ ਕੁਟਾ ਰਹੀ ਹੈ। ਇਹ ਜ਼ਹਿਰ ਹੈ ਜਿਹੜੀ ਕਿੱਥੇ ਤੱਕ ਫੈਲੀ ਹੋਈ ਹੈ। ਜੇ ਸਕੂਲ, ਪ੍ਰਾਇਮਰੀ ਸਕੂਲ ਤੱਕ ਇਹ ਜ਼ਹਿਰ ਫੈਲ ਚੁੱਕੀ ਹੈ, ਜਿਹੜੀ ਕਮਿਊਨਿਜ਼ਮ ਦੀ ਜ਼ਹਿਰ ਹੈਗੀ, ਫਿਰਕੂਪੁਣਾ ਹੈ ਜਿਹੜਾ, ਇਹਨੂੰ ਤੁਸੀਂ ਲਾਅ ਐਂਡ ਆਰਡਰ ਕਹੋਗੇ ਜਾਂ ਕੀ ਕਹੋਗੇ? ਪੰਜਾਬ ਨੇ 15 ਸਾਲ ਰੈਡੀਕਲ ਮੂਵਮੈਂਟ ਦੇਖੀ ਹੈ। ਠੀਕ ਹੈ, ਹਿੰਦੂਆਂ ਦੇ ਕਤਲ ਵੀ ਹੋਏ, ਸਭ ਕੁਝ ਹੋਏ, ਸਿੱਖਾਂ ਦਾ ਵੀ ਕਤਲ ਹੋਏ, ਸਿੱਖਾਂ ਦੇ ਤਾਂ ਜ਼ਿਆਦਾ ਹੋਏ ਹੈ। ਜੇ ਕਿਹਾ ਜਾਂਦਾ ਵੀ ਇਨੋਸੈਂਟ ਹੁੰਦੇ ਹਿੰਦੂਆਂ ਦੇ ਕਤਲ ਹੋਏ, ਇਨੋਸੈਂਟ ਸਿੱਖਾਂ ਦੇ ਤਾਂ ਫੈਮਲੀਆਂ ਤਬਾਹ ਹੋ ਗਈਆਂ, ਕਤਲ ਇੰਨੇ ਹੋਏ ਆ। ਸੋ ਮੈਂ ਹਿੰਦੂ ਸਿੱਖ ਦੇ ਵਿੱਚ ਨਹੀਂ ਪੈਂਦਾ। ਪੰਜਾਬ ਨੇ ਕਦੇ ਇਹ ਸਿਚੁਏਸ਼ਨ ਕਦੇ ਫੇਸ ਨਹੀਂ ਕੀਤੀ, ਇਸ ਪੱਧਰ ਤੱਕ ਡੇਂਜਰਸ ਹੋਵੇ। ਇਹ ਡੇਂਜਰ ਹੈ। ਇਹ ਲਾਅ ਐਂਡ ਆਰਡਰ ਦੇ ਕਿਸ ਪੈਮਾਨੇ ਤੇ ਲੋਕ ਹੈ, ਮੈਂ ਇੱਥੋਂ ਸ਼ੁਰੂ ਕਰਨ ਲੱਗਿਆ ਗੱਲ। ਇਸ ਤੋਂ ਮਾੜੀ ਸਿਚੁਏਸ਼ਨ ਕਿਸੇ ਸੁਸਾਇਟੀ ਵਾਸਤੇ ਕੀ ਹੋ ਸਕਦੀ ਹੈ? ਕਿ ਉੱਥੇ ਪ੍ਰੈਜ਼ੀਡੈਂਟ ਰੂਲ ਨਹੀਂ ਲੱਗਣਾ ਚਾਹੀਦਾ? ਜਦੋਂ ਤੁਸੀਂ ਇੱਕ ਨਿਗਾਰ ਨੂੰ ਇੱਥੇ ਤੱਕ ਲੈ ਜਾਂਦੇ ਆ, ਇਹਦੀ ਰੈਮਿਫਿਕੇਸ਼ਨ ਬਹੁਤ ਜ਼ਿਆਦਾ ਹੈ।
ਇੱਕ ਸੀਆਰਪੀਐਫ ਦਾ ਕਾਂਸਟੇਬਲ ਗੱਡੀ ਦੇ ਵਿੱਚ 3 ਮੁਸਲਮਾਨਾਂ ਨੂੰ ਮਾਰ ਦਿੰਦਾ ਹੈ, ਇਹ ਕਹਿ ਕੇ ਕਿ ਮੁਸਲਮਾਨ ਹੈਗੇ। ਇਹ ਮੁਲਕ ਕਿੱਥੇ ਜਾ ਰਿਹਾ? ਮੈਂ ਇਸ ਸੰਦਰਭ ਦੇ ਵਿੱਚ ਆਉਣਾ, ਹਰਿਆਣੇ ਦੇ ਵਿੱਚ ਅੱਜ ਉਹਨਾਂ ਦੀ ਪ੍ਰੈਸ ਕਾਨਫਰੰਸ ਸੀ, ਨੂੰਹ ਦੇ ਮਾਮਲੇ ਤੇ ਸ਼ਾਇਦ ਜੋ ਵੀ ਸੀ, ਉਹਨਾਂ ਨੂੰ ਪੁੱਛਿਆ ਗਿਆ ਕਿ ਪੰਜਾਬ ਸੀਐਮ ਨੇ ਕਿਹਾ ਕਿ ਸਾਡਾ ਗਵਰਨਰ, ਇਹ ਗੁਆਂਢ ਦੇ ਆਪਣੇ ਗਵਰਨਰ ਨੂੰ ਕਿਉਂ ਨਹੀਂ ਕਹਿੰਦਾ ਵੀ ਜੋ ਕੁਛ ਨੂੰਹ ਦੇ ਵਿੱਚ ਹੋਇਆ ਉਹਦੇ ਬਾਰੇ ਉਹ ਚਿੱਠੀ ਲਿਖੇ ਆਪਣੇ ਸੀਐਮ ਨੂੰ ਤੇ ਉੱਥੇ ਪੈਰੈਂਟ ਰੂਲ ਦੀ ਗੱਲ ਕਰੇ। ਤੇ ਹਰਿਆਣਾ ਸੀਐਮ ਮਨੋਹਰ ਲਾਲ ਖੱਟੜ ਜਵਾਬ ਦਿੰਦੇ ਹੈ ਬਈ ਸਿਚੁਏਸ਼ਨ ਤਾਂ ਪੰਜਾਬ ਦੀ ਖਰਾਬ ਹੈ। ਜੇ ਗਵਰਨਰ ਸਾਹਿਬ ਕਹਿ ਰਹੇ ਹੈ ਵੀ ਸਿਚੁਏਸ਼ਨ ਖਰਾਬ ਹੈ ਤੇ ਪ੍ਰੈਜ਼ੀਡੈਂਟ ਰੂਲ ਤਾਂ ਪੰਜਾਬ 'ਚ ਲੱਗਣਾ ਚਾਹੀਦਾ। ਨੂੰ ਅੱਜ ਵੀ ਸਿਚੁਏਸ਼ਨ ਟੈਂਸ ਹੈ, ਕੱਲ ਉੱਥੇ ਯਾਤਰਾ ਨਿਕਲਣੀ ਹੈ। ਫਿਰ ਬਜਰੰਗ ਦਲ, ਵਿਸ਼ਵ ਹਿੰਦੂ ਪ੍ਰੀਸ਼ਦ, ਜਿੰਨੀਆਂ ਜਥੇਬੰਦੀਆਂ ਉਹ ਉੱਥੇ ਅੱਗ ਲਾਉਣ ਨੂੰ ਤਿਆਰ ਹੋਈ ਬੈਠੀ। ਜਿਸ ਸਟੇਟ ਦੇ ਵਿੱਚ ਫਿਰਕੂ ਅੱਗ ਇੰਨੀ ਫੈਲਣ ਦਾ ਡਰ ਹੋਵੇ, ਉਹ ਉਸ ਸਟੇਟ ਬਾਰੇ ਗੱਲ ਕਰ ਰਿਹਾ ਹੋਵੇ ਜਿੱਥੇ ਇਹੋ ਜਿਹੀ ਸਿਚੁਏਸ਼ਨ ਨਹੀਂ ਹੈ। ਇਹ ਬੜੀ ਅਜੀਬ ਜੀ ਗੱਲ ਹੈ। ਇੱਥੋਂ ਲੱਗਦਾ ਹੈਗਾ ਜਿਸ ਤਰੀਕੇ ਨਾਲ ਹਰਿਆਣਾ ਸੀਐਮ ਨੇ ਬਨਵਾਰੀ ਲਾਲ ਪੁਰੋਹਿਤ ਦੀ ਇਸ ਗੱਲ ਦੀ ਪ੍ਰੋੜਤਾ ਕੀਤੀ ਹੈ ਕਿ ਪੰਜਾਬ ਦੇ ਵਿੱਚ ਪ੍ਰੈਜ਼ੀਡੈਂਟ ਰੂਲ ਲੱਗ ਸਕਦਾ ਹੈ, ਇਹ ਤਾਂ ਸਪਸ਼ਟ ਹੈ ਕਿ ਇਹਦੇ ਪਿੱਛੇ ਇੱਕ ਪ੍ਰੋਪਰ ਬੀਜੇਪੀ ਦਾ ਡਿਜ਼ਾਈਨ ਹੈ ਕਿ ਜਿੰਨੀਆਂ ਨਾਨ ਬੀਜੇਪੀ ਸਟੇਟਸ ਹੈ ਉੱਥੇ ਸਿਚੁਏਸ਼ਨ ਕਿਸੇ ਨਾ ਕਿਸੇ ਢੰਗ ਨਾਲ ਟੈਂਸ ਰੱਖੋ ਤੇ ਇਹ ਟੈਨਸ਼ਨ ਬਣਾ ਕੇ ਰੱਖੋ। ਇਹ ਸਾਰਾ ਕੁਝ ਹੁਣ ਜੇ ਤੁਹਾਡੇ ਹਰਿਆਣੇ ਦੇ ਵਿੱਚ ਨਹੀਂ ਇਹ ਗੱਲ ਹੋ ਰਹੀ, ਜਿੱਥੇ ਮੈਂ ਕਿਹਾ ਹੁਣ ਇੰਟਰਨੈਟ ਸਰਵਿਸਿਜ਼ ਅੱਜ ਵੀ ਬੰਦ ਕੀਤੀਆਂ ਹੋਈਆਂ ਨੂੰਹ ਦੇ ਵਿੱਚ, ਜਿੱਥੇ ਸਿਚੁਏਸ਼ਨ ਇੰਨੀ ਟੈਂਸ ਹੋਵੇ ਉਹਦੇ ਬਾਰੇ ਤੁਸੀਂ ਕਹਿ ਰਹੇ ਵੀ ਉੱਥੇ ਨਾਰਮਲ ਸਿਚੁਏਸ਼ਨ ਹੈ। ਸੋ ਉੱਥੋਂ ਸਮਝ ਆਉਂਦੀ ਹੈ ਕਿ ਪੰਜਾਬ ਦੇ ਵਿੱਚ ਇਹ ਕਹਿ ਕੇ ਕਿ ਇੱਥੇ ਡਰੱਗਸ ਬਹੁਤ ਜ਼ਿਆਦਾ ਆ ਗਈਆਂ ਜੀ। ਹੁਣ ਪਿੱਛੇ ਰਿਪੋਰਟ 4 ਦਿਨ ਪਹਿਲਾਂ ਆਈ ਸੀ, ਆਪਣੇ ਹਿਮਾਚਲ ਦੇ ਵਿੱਚ ਡੈਥ ਹੋਣੀ ਸ਼ੁਰੂ ਹੋ ਗਈ, ਉਹਦਾ ਰਿਪੋਰਟ ਵੀ ਨਹੀਂ ਹੋ ਰਿਹਾ। ਹਰਿਆਣੇ 'ਚ ਰਿਪੋਰਟ ਆਈ ਸੀ ਇੰਡੀਅਨ ਐਕਸਪ੍ਰੈਸ ਦੇ ਵਿੱਚ 15-20 ਦਿਨ ਪਹਿਲਾਂ ਕਿ ਕੁਝ ਪਿੰਡਾਂ 'ਚ ਦੇਖ ਲਓ ਵੀ ਹਾਲ ਕੀ ਹੈ ਡਰੱਗਜ਼ਮ ਦਾ। ਕਿ ਇਹ ਪੰਜਾਬ ਤੇ ਹੀ ਇਕੱਲਾ ਫੋਕਸ ਕਰਨਾ ਹੈ ਇਹ ਇਸ਼ੂ ਲੈ ਕੇ ਕਿ ਡਰੱਗਸ ਕਰਕੇ ਇੱਥੇ ਲਾਅ ਐਂਡ ਆਰਡਰ ਖਰਾਬ ਹੈ। ਸੋ ਇਹ ਗੱਲਾਂ ਜੁੜਦੀਆਂ ਤਾਰਾਂ ਸਾਰੀਆਂ ਆਪਸ, ਜੋ ਹਰਿਆਣਾ ਸੀਐਮ ਕਹਿ ਰਹੇ ਹੈ ਔਰ ਇਹ ਤਾਰ ਜੋ ਗਵਰਨਰ ਕਹਿ ਰਹੇ ਹੈ, ਕਿਉਂਕਿ ਗਵਰਨਰ ਵੀ ਬੀਜੇਪੀ ਦੇ ਨੋਮੀਨੀ ਹੈ ਪੰਜਾਬ ਦੇ ਗਵਰਨਰ ਜੀ ਜੀ, ਉਹ ਤਾਰ ਜੁੜਦੀ ਹੈ। ਤਾਂ ਮੈਂ ਕਹਿ ਰਿਹਾ ਕਿ ਡਿਜ਼ਾਈਨ ਦਾ ਪਾਰਟ ਹੈ ਜੀ। ਸਰਦਾਰ ਹਮੀਰ ਸਿੰਘ ਜੀ, ਮੈਂ ਇਸੇ ਗੱਲ ਨੂੰ ਕੰਟੀਨਿਊਟੀ 'ਚ ਰੱਖਣ ਲਈ ਬੇਨਤੀ ਕਰੂੰਗਾ ਤੁਹਾਨੂੰ, ਪਰ ਮੈਂ ਉਸ ਤੋਂ ਪਹਿਲਾਂ ਇੱਕ ਖਬਰ ਸਾਂਝੀ ਕਰਦਿਆਂ ਜਿਹੜੀ ਬੜੀ ਦੁਖਦਾਈ ਆ ਇਸੇ ਵੇਲੇ ਆ ਰਹੀ ਹੈ ਕਿ ਗਿਆਨੀ ਜਗਤਾਰ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜਿਹੜੇ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਵਜੋਂ ਹੁਣੇ ਹੀ ਰਿਟਾਇਰ ਹੋਏ ਸੀਗੇ, ਉਹਨਾਂ ਦਾ ਦਿਲ ਦਾ ਦੌਰਾ ਪੈਣ ਕਰਕੇ ਦੇਹਾਂਤ ਹੋ ਗਿਆ। ਔਰ ਅਜੇ ਬਹੁਤ ਥੋੜਾ ਸਮਾਂ ਪਹਿਲਾਂ ਹੀ ਉਹਨਾਂ ਨੇ ਆਪਣੀਆਂ ਸੇਵਾਵਾਂ ਉਹਨਾਂ ਦੀਆਂ ਖਤਮ ਹੋਈਆਂ ਸੀਗੀਆਂ ਔਰ ਉਹ ਰਿਟਾਇਰ ਹੋਏ ਸੀਗੇ। ਉਹਨਾਂ ਨੂੰ ਇਸ ਦੁਨੀਆ ਦੇ ਵਿੱਚ ਹੁਣ ਉਹ ਨਹੀਂ ਰਹੇ। ਇਹ ਬੜੀ ਦੁੱਖ ਨਾਲ ਸੁਣੀ ਪੜੀ ਜਾਏਗੀ। ਤੁਸੀਂ ਆਪਣੇ ਟੀਵੀ ਸਕਰੀਨ ਤੇ ਉਹਨਾਂ ਨੂੰ ਦੇਖਦੇ ਰਹੇ ਹੋ, ਕਈ ਵਿਵਾਦ ਵੀ ਪੈਦਾ ਹੁੰਦੇ ਰਹੇ ਆ, ਕਈ ਵਾਰੀ ਬੋਲਬਾਣੀਆਂ ਤੇ ਹੋਰ ਵੀ ਜ਼ਿਕਰ, ਪਰ ਇੰਨੀ ਜਲਦੀ ਕਿਸੇ ਸਿੰਘ ਸਾਹਿਬ ਦਾ ਚਲੇ ਜਾਣਾ ਜਿਨ੍ਹਾਂ ਦੇ ਜਿਹੜੇ ਤੁਹਾਡੇ ਚੇਤਿਆਂ 'ਚ ਬੈਠੇ ਹੋਣ, ਇਹ ਵਾਕਿਆ ਹੀ ਦੁਖਦਾਈ ਖਬਰ ਹੈ। ਮੈਂ ਸਰਦਾਰ ਹਮੀਰ ਸਿੰਘ ਜੀ ਤੁਹਾਨੂੰ ਗੱਲ ਇੱਥੋਂ ਹੀ ਅੱਗੇ ਵਧਾਉਣ ਲਈ ਕਹੂੰਗਾ। ਬਿਲਕੁਲ, ਜੋ ਵੀ ਇਹੋ ਜਿਹੀਆਂ ਮੌਤਾਂ ਹੁੰਦੀਆਂ ਨੇ ਲਗਾਤਾਰ ਹਾਰਟ ਅਟੈਕ ਨਾਲ, ਬਹੁਤ ਜਲਦੀ ਮੌਤਾਂ ਹੁੰਦੀਆਂ ਨੇ, ਉਹ ਵੀ ਮੇਰੇ ਖਿਆਲ ਨਾਲ ਸਾਡੇ ਹਾਲਾਤ ਨੇ ਜਿਹੜੇ, ਇਹਦਾ ਵੀ ਮਾਮਲਾ ਹੈ ਕਿ ਸਾਡੇ ਹੈਲਥ ਦੀਆਂ ਸਹੂਲਤਾਂ ਕਿਹੋ ਜਿਹੀਆਂ ਨੇ, ਸਾਡੀ ਜੀਵਨ ਜਾਂਚ ਕਿਹੋ ਜਿਹੀ ਬਦਲ ਰਹੀ ਹੈ, ਓਵਰਆਲ ਇਨਵਾਇਰਨਮੈਂਟ ਕਿਹੋ ਜਿਹਾ, ਜੋ ਅਸੀਂ ਖਾਂਦੇ ਹਾਂ, ਜੋ ਅਸੀਂ ਸਾਹ ਲੈਂਦੇ ਹਾਂ, ਜੋ ਅਸੀਂ ਪੀਂਦੇ ਹਾਂ, ਸਾਰੀਆਂ ਚੀਜ਼ਾਂ ਦਾ ਇੱਕ ਪ੍ਰੋਬਲਮ ਤਾਂ ਹੈ ਹੀ ਹੈ ਕਿ ਜੇਕਰ ਉਸ ਲੈਵਲ ਦੀ ਗੱਲ ਮਤਲਬ ਜਿਹੜੀਆਂ ਵਾਪਰ ਰਹੀਆਂ ਨੇ ਇਹੋ ਜਿਹੀਆਂ ਇੰਨੀ ਕੇਜ 'ਚ ਇਸ ਏਜ ਗਰੁੱਪ ਦੇ ਵਿੱਚ ਚੀਜ਼ਾਂ ਜਾਂਦੀਆਂ ਨੇ ਉਸ ਪੱਧਰ ਦੇ ਉੱਤੇ, ਔਰ ਇਹ ਚਿੰਤਾ ਦਾ ਵਿਸ਼ਾ ਹੈਗਾ ਹੀ ਆ ਓਵਰਆਲ ਪੰਜਾਬ। ਅੱਜ ਸਵੇਰੇ ਸਰਦਾਰ ਹਮੀਰ ਸਿੰਘ ਜੀ ਦੇਸ ਰਾਜ ਕਾਲੀ ਜਿਹੜੇ ਕਿ ਪੱਤਰਕਾਰ ਵੀ ਸੀਗੇ ਔਰ ਸਾਹਿਤਕ ਹਲਕਿਆਂ 'ਚ ਵੱਡਾ ਨਾਂ, ਉਹਨਾਂ ਦੀ ਵੀ ਬੇਵਕਤੀ ਮੌਤ ਹੋ ਗਈ। ਦੇਸ਼ ਰਾਜ ਕਾਲੀ ਉਹਨਾਂ ਦੀ ਵੀ, ਉਹ ਤਾਂ ਉਦੋਂ ਵੀ ਜੰਗ ਏਜ ਦੇ ਵਿੱਚ ਮੌਤ ਹੋ ਗਈ, ਪੀਜੀਆਈ ਐਡਮਿਟ ਹੋਏ ਸੀਗੇ, ਪੀਜੀਆਈ 'ਚ ਮੌਤ ਹੋਈ ਹੈ। ਔਰ ਬਿਨਾਂ ਸ਼ੱਕ ਉਹ ਇੱਕ ਵੱਡੀ ਆਵਾਜ਼ ਸੀ ਦਲਿਤ ਸਕਾਲਰ ਦੇ ਤੌਰ ਤੇ, ਖਾਸ ਤੌਰ ਤੇ ਜਿਹੜੀ ਡਾਊਨਟ੍ਰੋਡਨ ਲੋਕ ਨੇ ਉਹਨਾਂ ਲਈ ਲਿਖਣਾ, ਕਹਾਣੀਆਂ, ਬਾਕੀ ਬੋਲਣਾ, ਇਹ ਕਾਫੀ ਵੱਡਾ ਇੱਕ ਸੀਗਾ। ਜਿਵੇਂ ਪਿਛਲੇ ਦਿਨਾਂ 'ਚ ਮਾਸਟਰ ਤਰਲੋਚਨ ਸਿੰਘ ਦੀ ਐਕਸੀਡੈਂਟ 'ਚ ਮੌਤ ਹੋ ਗਈ ਸੀ। ਸਾਡੇ ਐਕਸੀਡੈਂਟਾਂ ਨਾਲ ਵੀ ਬੰਦੇ ਬਥੇਰੇ ਜਿਹੜੇ ਨਾਟਕਾਂ ਔਰ ਫਿਲਮਾਂ ਦੇ ਵਿੱਚ ਜਾਣੇ ਪਛਾਣੇ ਸੀ ਔਰ ਇੱਕ ਪ੍ਰੋਗਰੈਸਿਵ ਰੋਲ ਦੇ ਲਈ। ਇਹ ਕਈ ਸ਼ਖਸੀਅਤਾਂ ਜਿਹੜੀਆਂ ਲਗਾਤਾਰ ਜਾ ਰਹੀਆਂ ਨੇ, ਜਿਹੜੀਆਂ ਪ੍ਰੋਮੀਨੈਂਟ ਸੀ, ਜਿਹੜੇ ਸਮਾਜ ਦੇ ਵਿੱਚ ਇੱਕ ਦੇਣ ਦਿੰਦੀਆਂ ਨੇ, ਤਾਂ ਉਹਨਾਂ ਦਾ ਚਲੇ ਜਾਣਾ ਸਮਾਜਿਕ ਘਾਟਾ ਵੱਡੇ ਪੱਧਰ ਦੇ ਉੱਤੇ ਗਿਣਿਆ ਜਾਂਦਾ। ਬਾਕੀ ਕਈ ਲੋਕ ਜਾਂਦੇ ਨੇ ਜਿਨ੍ਹਾਂ ਦਾ ਪਰਿਵਾਰਕ ਘਾਟਾ ਜਾਂ ਬਾਕੀ ਚੀਜ਼ਾਂ ਪੈਂਦੀਆਂ ਨੇ, ਜਿਹੜਾ ਵੀ ਬੰਦਾ ਜਾਂਦਾ,
ਪਰ ਜਿਨ੍ਹਾਂ ਦਾ ਜਿੰਨਾ ਬਿਗਰ ਰੋਲ ਹੋਏਗਾ ਉਹਨਾਂ ਕੀ ਉਹਨਾਂ ਬਾਰੇ ਮਤਲਬ ਦੇਖਿਆ ਗਿਆ ਤੇ ਸੁਣਿਆ ਜਾਂਦਾ ਤੇ ਉਹ ਮਹਿਸੂਸ ਕੀਤਾ ਜਾਂਦਾ ਕਿਸੇ ਨਾ ਕਿਸੇ। ਜਿਹੜੀ ਗੱਲ ਇਹ ਹਰਿਆਣੇ ਦੇ ਮੁੱਖ ਮੰਤਰੀ ਵਾਲੀ ਆ, ਕਿਉਂਕਿ ਅਸੀਂ ਉਹਨੂੰ ਕੰਟੀਨਿਊਟੀ 'ਚ ਥੋੜਾ ਜਿਹਾ ਅੱਗੇ ਵਧਾਵਾਂਗੇ, ਬਹੁਤ ਵਿਸਤਾਰ ਨਹੀਂ ਹੁਣ ਜਾਵਾਂਗੇ, ਉਹਦੇ ਉੱਤੇ ਤੁਹਾਡੀ ਟਿੱਪਣੀ ਤਾਂ ਬਣਦੀ ਹੈ ਕਿ ਉੱਥੇ ਹਾਲਾਤ ਤਾਂ ਟੈਂਸ ਨੇ ਤੇ ਉਹਨਾਂ ਦੇ ਮੁੱਖ ਮੰਤਰੀ ਟਿੱਪਣੀ ਇੱਧਰ ਲਈ ਕਰ ਰਹੇ ਨੇ, ਹਾਲਾਂਕਿ ਉਹ ਬਚ ਸਕਦੇ ਸੀਗੇ ਕਿ ਅਸੀਂ ਅੱਜ ਇਸ ਮਾਮਲੇ ਤੇ ਗੱਲ, ਕਿਉਂਕਿ ਪੰਜਾਬ ਦਾ ਮੁੱਦਾ ਤੇ ਨਹੀਂ ਕਰਨੀ, ਇੰਜ ਕਹਿ ਕੇ ਨਿਕਲ ਜਾਂਦੇ ਹੁੰਦੇ ਆ ਪੋਲੀਟੀਕਲ ਲੋਕ। ਅਸਲ ਦੇ ਵਿੱਚ ਇੱਕ ਗੱਲ ਬੜੀ ਅਜੀਬੋ ਗਰੀਬ ਹੋ ਗਈ ਕਿ ਉਹ ਬੰਦਾ ਨਾਰਮਲ ਹੈ, ਕਿਸੇ ਪਾਰਟੀ ਦਾ ਲੀਡਰ ਹੈ ਜਾਂ ਕਿਸੇ ਸੰਵਿਧਾਨਕ ਅਹੁਦੇ ਤੇ ਬੈਠਾ ਹੈ। ਜੇ ਕੋਈ ਚੀਫ ਮਿਨਿਸਟਰ ਹੈ, ਕੋਈ ਗਵਰਨਰ ਹੈ, ਕੋਈ ਕਿਸੇ ਪ੍ਰਾਈਮ ਮਿਨਿਸਟਰ ਹੈ, ਕੋਈ ਹੋਮ ਮਿਨਿਸਟਰ ਹੈ, ਔਰ ਉਹਨਾਂ ਦੀ ਜ਼ਿੰਮੇਵਾਰੀ ਮੁਕਾਬਲਤਨ ਜ਼ਿਆਦਾ ਹੋ ਜਾਂਦੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਤੁਸੀਂ ਬਿਨਾਂ ਤੱਥਾਂ ਤੋਂ, ਬਿਨਾਂ ਲੌਜਿਕ ਤੋਂ ਕੋਈ ਵੀ ਗੱਲ ਨਹੀਂ ਕਰਦੇ ਹੁੰਦੇ ਜੇਕਰ ਤੁਸੀਂ ਵਾਕਈ ਸਟੇਟਸਮੈਨ ਉਹਦੇ ਤੇ ਬੈਠੇ ਹੋ ਉਹਨਾਂ ਪੋਸਟਾਂ ਦੇ ਉੱਤੇ ਕਿ ਨਹੀਂ ਭਾਈ ਮੇਰੇ ਕੋਲ ਡਾਟਾ ਚਾਹੀਦਾ ਹੈ, ਜਿਹੜੇ ਡਾਟੇ ਨੂੰ ਮੈਂ ਮੈਚ ਕਰ ਸਕਾਂ, ਕੱਲ ਨੂੰ ਮੈਨੂੰ ਕੋਈ ਪੁੱਛੇਗਾ ਤਾਂ ਮੈਂ ਉਹਨੂੰ ਲੌਜੀਕਲੀ ਜਵਾਬ ਦੇ ਸਕਾਂ ਜੋ ਮੇਰੇ ਸਾਹਮਣੇ ਆਏਗਾ। ਕੀ ਐਡੇ ਛੋਟੇ ਬੰਦੇ ਇਹਨਾਂ ਪਦਵੀਆਂ ਤੇ ਚਾਰ ਸਪੇਰੇ ਬੈਠੇ ਹੋਏ ਨੇ ਜਿਹੜੇ ਇਹ ਵੀ ਨਹੀਂ ਸੋਚਦੇ ਮੇਰੀ ਪਦਵੀ ਉਹ ਹੈ, ਮੈਂ ਐਵੇਂ ਬੋਲ ਦੂੰਗਾ ਜੋ ਵੀ ਮਰਜ਼ੀ ਚੱਕ ਕੇ, ਤਾਂ ਫਿਰ ਸਧਾਰਨ ਇੱਕ ਬੰਦਾ ਪਿੰਡ 'ਚ ਜਾਂ ਮਹੱਲੇ 'ਚ ਸ਼ਹਿਰ 'ਚ ਕਿਤੇ ਵੀ ਬੈਠਾ ਤੁਰਿਆ ਉਹ ਵੀ ਜੋ ਬੋਲ ਦੇਗਾ, ਤੁਹਾਡੀ ਔਕਾਤ 'ਚ ਕੋਈ ਫਰਕ ਹੀ ਨਹੀਂ ਵਸਦਾ। ਤੁਸੀਂ ਇੱਕੋ ਲੈਵਲ ਤੇ ਆ ਕੇ ਗੱਲ ਕਰਨੀ ਹੈ ਜੇਕਰ ਉਸੇ ਮਾਮਲੇ 'ਚ, ਤਾਂ ਤੁਹਾਡੀ ਰਿਸਪੈਕਟ ਕਿਵੇਂ ਹੋਏਗੀ, ਤੁਹਾਡਾ ਮਾਨ ਸਨਮਾਨ ਕਿਵੇਂ ਹੋਏਗਾ? ਮਾਨ ਸਨਮਾਨ ਅਹੁਦੇ ਤੇ ਬੈਠੀ ਕੁਰਸੀ ਨਾਲ ਨਹੀਂ ਹੁੰਦਾ, ਮਾਨ ਸਨਮਾਨ ਉਸ ਅਹੁਦੇ ਤੇ ਬੈਠੇ ਵਿਅਕਤੀ ਦਾ, ਉਹਦੇ ਹਾਣ ਦਾ, ਉਹਦੇ ਮੇਚ ਦਾ ਹੋਣ ਨਾਲ ਹੁੰਦਾ ਹੈ। ਬਲਕਿ ਉਹ ਤੋਂ ਵੱਡਾ ਕਰ ਦਿੰਦੇ ਨੇ ਕਈ ਬੰਦੇ ਕੁਰਸੀ ਨੂੰ, ਕੁਰਸੀ ਓਡੀ ਨਹੀਂ ਹੁੰਦੀ। ਜਿਹੜੇ ਬੰਦਿਆਂ ਦਾ ਕਿਰਦਾਰ ਤੇ ਬਾਕੀ ਚੀਜ਼ਾਂ ਹੁੰਦੀਆਂ ਉਹਨਾਂ ਦਾ ਵਿਵਹਾਰ ਹੁੰਦਾ, ਕਈ ਵਾਰ ਮੰਨਿਆ ਜਾਂਦਾ ਹੁੰਦਾ ਕਿ ਇਹਨੇ ਕੁਰਸੀ ਨੂੰ ਵੱਡਾ ਕਰਤਾ ਹੈ, ਕੁਰਸੀ ਚਾਹੇ ਓਡੀ ਨਹੀਂ ਹੈ। ਪਰ ਇਸ ਲੈਵਲ ਦੇ ਜਿਹੜੇ ਬਿਆਨਬਾਜ਼ੀਆਂ ਨੇ ਉਹ ਸਾਡੇ ਵੀ ਚੀਫ ਮਿਨਿਸਟਰ ਗਵਰਨਰ ਕਰਦੇ ਨੇ, ਉਹ ਨਾੜ ਵਾਲਿਆਂ ਦੇ ਵੀ ਕਰਦੇ ਨੇ, ਈਵਨ ਪ੍ਰਾਈਮ ਮਿਨਿਸਟਰ ਬੜੀ ਵਾਰ ਇਹੋ ਜਿਹੇ ਫੈਕਚੁਅਲ ਰੌਂਗ ਗੱਲਾਂ ਬੋਲਦੇ ਨੇ ਆਪਣੀਆਂ ਭਾਸ਼ਣਾਂ ਦੇ ਵਿੱਚ। ਸਾਰੇ ਲੋਕੀ ਜੇ ਐ ਕਰਨ ਲੱਗ ਜਾਣਗੇ ਤਾਂ ਉਹਨੂੰ ਯਕੀਨ ਤੇ ਭਰੋਸਾ ਕਾਹਦੇ ਤੇ ਰਹੂਗਾ? ਸਧਾਰਨ ਪਬਲਿਕ ਤਾਂ ਮੰਨ ਨਹੀਂ ਲਊਗੀ, ਐਵੇਂ ਜੀ ਦਾ ਬਹੁਤ ਜ਼ਿਆਦਾ ਉੱਥੇ ਤੱਕ ਨਹੀਂ ਕੋਈ ਰੀਚ ਜਾਂ ਗੱਲ ਨਹੀਂ, ਕੋਈ ਐਨਾਲਿਸਿਸ ਨਹੀਂ ਹੈ। ਕਿ ਅਸੀਂ ਚਾਰ ਸਪੇਰੇ ਕਨਫਿਊਜ਼ਨ ਲਈ ਬਣੇ ਹੋਏ ਆ, ਜਾਂ ਕਨਫਿਊਜ਼ਨ ਥੋੜਾ ਬਹੁਤ ਮਤਲਬ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੁਸੀਂ ਕੋਈ ਰਿਪੋਰਟ ਕੋਟ ਕਰੋ, ਤੁਸੀਂ ਕਹੋ ਆ ਇੰਟਰਨੈਸ਼ਨਲ ਕਿਸੇ ਸੰਸਥਾ ਦੀ ਰਿਪੋਰਟ ਹੈ, ਤੁਸੀਂ ਕਹੋ ਆ ਨੈਸ਼ਨਲ ਸੰਸਥਾ ਦੀ ਰਿਪੋਰਟ ਹੈ, ਤੁਸੀਂ ਕਹੋ NSSO ਦੀ ਰਿਪੋਰਟ ਹੈ, ਤੁਸੀਂ ਕੋਈ ਕ੍ਰਾਈਮ ਬਿਊਰੋ ਦੀ ਰਿਪੋਰਟ, ਨੈਸ਼ਨਲ ਕ੍ਰਾਈਮ ਬਿਊਰੋ ਜੋ ਦਿੰਦੀ ਆ ਉਹ ਰਿਪੋਰਟ ਕਰੋ, ਤੁਸੀਂ ਕੋਈ ਸਰਵੇ ਹੋਇਆ ਕੋਟ ਕਰੋ। ਇਹਦੇ ਤੋਂ ਬਿਨਾਂ ਦਾ ਕੀ ਮਤਲਬ ਹੈ? ਖਲਾਚ ਗੱਲਾਂ ਬਾਤਾਂ ਇਸ ਤਰੀਕੇ ਦੀਆਂ ਜਿਹੜੀਆਂ ਕਰਨੀਆਂ ਨੇ, ਇਸ ਲਈ ਜਿਹੜਾ ਐਟੀਟਿਊਡ ਹੈ, ਵਿਵਹਾਰ ਹੈ, ਢੰਗ ਤਰੀਕਾ ਹੈ, ਇਹ ਆਬਜੈਕਸ਼ਨੇਬਲ ਹੈ। ਸਭ ਤੋਂ ਵੱਡੀ ਗੱਲ ਤਾਂ ਇਹ ਆਪਦੇ ਆਪ 'ਚ ਕੋਈ ਮਾਨੇ ਨਹੀਂ ਰੱਖਦਾ। ਤੇ ਫਿਰ ਉਹ ਜਿਹੜਾ ਪੈਰਲਲ ਜਿਹੜੀਆਂ ਗੱਲਾਂ ਜਿਵੇਂ ਚੱਲ ਹੀ ਰਹੀਆਂ ਨੇ ਜਿਹੜੀਆਂ ਸਟੇਟਾਂ 'ਚ, ਤੁਸੀਂ ਮਨੀਪੁਰ ਤਾਂ ਅਜੇ ਤੱਕ ਰਾਸ਼ਟਰਪਤੀ ਰਾਜ ਵੀ ਨਹੀਂ ਲਾਇਆ ਤੇ ਇੱਕ ਸਟੇਟ ਦੋ 'ਚ ਵੰਡੀ ਪਈ ਹੈ, ਬਫਰ ਸਟੇਟ ਰਸਤੇ ਦੇ ਵਿੱਚ ਖੜਾਈ ਹੋਈ ਹੈ, ਫੌਜ ਇੱਕ ਦੂਜੇ ਨਾਲ ਗੱਲਬਾਤ ਨਹੀਂ ਹੋ ਰਹੀ। ਤੱਕ ਸੁਪਰੀਮ ਕੋਰਟ ਇਹ ਕਹਿ ਚੁੱਕੀ ਹੈ ਕਿ ਲਾ ਐਂਡ ਆਰਡਰ ਟੋਟਲੀ ਫੇਲ ਹੈ। ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਜੱਜਾਂ ਦੀ ਅਗਵਾਈ 'ਚ ਕਮੇਟੀ ਬਣਾਈ ਹੋਈ ਹੈ। ਉੱਥੇ ਅਜੇ ਤੱਕ ਵੀ ਗਵਰਨਮੈਂਟ ਆਫ ਇੰਡੀਆ ਦੇ ਕੰਨ ਤੇ ਜੋ ਨਹੀਂ ਸਕਦੀ ਕਿ ਤੁਹਾਡਾ ਚੀਫ ਮਿਨਿਸਟਰ ਨਾ ਹੋਵੇ ਤਾਂ ਠੀਕ ਹੈ, ਕਿਉਂ ਨਹੀਂ ਉਹਨੂੰ ਉਹ ਗੱਲ ਕਰਦੇ? ਤੇ ਕਦੇ ਖੱਟਰ ਸਾਹਿਬ ਦੀ ਜ਼ੁਬਾਨ 'ਚੋਂ ਸੁਣਿਆ ਕਿ ਮਨੀਪੁਰ ਤਾਂ ਬਹੁਤ ਹੋ ਗਿਆ, ਉੱਥੇ ਤਾਂ ਹੁਣ ਆਪਾਂ ਨੂੰ ਕੁਝ ਸੋਚਣਾ ਚਾਹੀਦਾ, ਆਪਣੀ ਪਾਰਟੀ ਨੂੰ ਵੀ ਤਾਂ ਐਡਵਾਈਸ ਹੋਣਾ ਚਾਹੀਦਾ ਜੇ ਗਲਤ ਗੱਲ ਹੋਊਗੀ ਜਾਂ ਕੁਝ। ਫਿਰ ਤੁਹਾਡੇ ਮੂੰਹ 'ਚ ਜੋ ਕੁਝ ਹੋ ਰਿਹਾ ਉਹਦੇ ਬਾਰੇ ਤੁਸੀਂ ਕੁਝ ਨਹੀਂ ਕਹਿਣ ਲਈ ਤਿਆਰ ਹੋ ਵੀ ਉਹ ਤਾਂ ਠੀਕ ਹੈ ਜੀ, ਸਭ ਕੁਝ ਠੀਕ ਹੋ ਜਾਊਗਾ ਸਾਰੀਆਂ ਚੀਜ਼ਾਂ ਕਰਦੇ ਹੋਏ। ਮਤਲਬ ਇਹ ਤਰੀਕਾ ਕੰਟਰੀ ਦੇ ਵਿੱਚ ਸਿਆਸਤ ਕਰਨ ਦਾ ਤਰੀਕਾ ਨਹੀਂ ਹੈ। ਇਹ ਤਰੀਕੇ ਨੂੰ ਬਦਲਣਾ ਪਏਗਾ। ਜਿਹੜਾ ਵੀ ਮਰਜ਼ੀ ਬੋਲਦਾ ਹੋਵੇ, ਜੇ ਉਹ ਪੰਜਾਬ ਦਾ ਸਿਆਸਤਦਾਨ ਬੋਲੇ, ਕਿਸੇ ਹੋਰ ਸਿਆਸਤਦਾਨ ਜਾਂ ਵੱਡੀਆਂ ਪੋਸਟਾਂ ਤੇ ਬੈਠੇ ਕੋਈ ਵੀ ਹੋਰ ਬੰਦੇ ਜਿਹੜੇ ਬੋਲਦੇ ਨੇ, ਉਹਨਾਂ ਨੂੰ ਇਹ ਆਪਣਾ ਆਤਮ ਚਿੰਤਨ ਕਰਨਾ ਚਾਹੀਦਾ। ਬਿਨਾਂ ਸ਼ੱਕ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਕਮਜ਼ੋਰੀਆਂ, ਗੜਬੜੀਆਂ ਨੇ, ਬਹੁਤ ਕੁਝ ਠੀਕ ਨਹੀਂ ਚੱਲ ਰਿਹਾ, ਪਰ ਇਹਦਾ ਮਤਲਬ ਕੱਲਾ ਇੰਨਾ ਨਹੀਂ ਕਿ ਬਲੇਮ ਗੇਮ ਤੁਸੀਂ ਇੱਕ ਦੂਜੇ ਦੇ ਨਾਲ ਐਵੇਂ ਕਰਨਾ ਸ਼ੁਰੂ ਕਰ ਦਿਓ ਕਿ ਅਸੀਂ ਉਹਦੇ ਨਾਲੋਂ ਚੰਗੇ ਆ, ਅਸੀਂ ਉਹਦੇ ਨਾਲੋਂ ਚੰਗੇ ਆ। ਔਰ ਜਿਹੜੇ ਸਟੇਟਾਂ ਦੇ ਵਿੱਚ ਪੁਲਿਸ ਕਸਟਡੀ ਦੇ ਵਿੱਚ ਇੰਨੇ ਚਿਰਾਂ ਤੋਂ ਬੰਦੇ ਗੋਲੀਆਂ ਨਾਲ ਉਡਾ ਦਿੱਤੇ ਜਾਂਦੇ ਨੇ, ਕਿੰਨੇ ਕੇਸ ਹੁੰਦੇ ਨੇ ਉਹਨਾਂ ਮਾਮਲਿਆਂ ਦੇ ਵਿੱਚ, ਉੱਥੇ ਲਾ ਐਂਡ ਆਰਡਰ ਬਹੁਤ ਵਧੀਆ ਕਿਉਂਕਿ ਬੀਜੇਪੀ ਹੈ ਤੇ ਉੱਥੇ ਠੀਕ ਹੈ, ਦੂਜੇ ਜਗ੍ਹਾ ਠੀਕ ਨਹੀਂ ਹੈ। ਇਸ ਲਈ ਇਸ ਗੱਲ ਨੂੰ ਵੀ ਜੇ ਲਾ ਐਂਡ ਆਰਡਰ ਤੇ ਚਰਚਾ ਕਰਨੀ ਚਾਹੀਦੀ ਹੈ, ਕੋਈ ਇਹੋ ਜਿਹੀ ਗੱਲ ਨਹੀਂ ਹੈ, ਪਰ ਤੱਥਾਂ ਤੇ ਸਬੂਤਾਂ ਦੇ ਨਾਲ ਕਰਨੀ ਚਾਹੀਦੀ ਹੈ। ਬਿਲਕੁਲ ਠੀਕ ਹੈ। ਸਦਾ ਜਗਤਾਰ ਮੈਂ ਕੰਡੀਸ਼ਨ ਹੋਰ ਕਰ ਦਿੰਦਾ, ਤੁਸੀਂ ਗੱਲ ਕਰ ਲਓ। ਮੈਂ ਨਹੀਂ, ਚਲੋ ਤੁਸੀਂ ਆਪਣੀ ਗੱਲ ਕਰ ਲਓ ਤੇ ਮੈਂ ਚਾਹੂੰਗਾ ਕਿ ਤੁਸੀਂ ਗਿਆਨੀ ਜਗਤਾਰ ਸਿੰਘ ਦੇ ਮਾਮਲੇ 'ਚ ਦੋ ਲਫ਼ਜ਼ ਜ਼ਰੂਰ ਕਹਿ ਦਿਓ। ਨਹੀਂ, ਮੈਂ ਪਹਿਲਾਂ ਤੁਹਾਨੂੰ ਸ਼ਰਧਾਂਜਲੀ ਭੇਟ ਕਰੂੰਗਾ ਕਿ ਵਿਦਵਾਨ ਸੀ, ਵਿਦਵਾਨ ਦਾ ਇੱਕ ਵੱਡੇ ਵਿਦਵਾਨ ਦਾ ਇਸ ਸਟੇਜ ਤੇ ਯੰਗ ਏਜ ਤੇ, ਮੈਂ ਯੰਗ ਹੀ ਕਹੂੰਗਾ, ਹੁਣੇ ਹੀ ਰਿਟਾਇਰ ਹੋਏ ਸੀਗੇ, ਇੰਨੀ ਜਲਦੀ ਚਲੇ ਜਾਣਾ ਇੱਕ ਸਿੱਖ ਕੌਮ ਵਾਸਤੇ ਘੱਟ ਹੈ। ਸੋ ਮੇਰੇ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਹੈ।
ਦੂਜੀ ਗੱਲ ਮੈਂ ਜਿਹੜੀ ਕਰਨ ਲੱਗਿਆ ਸੀਗਾ, ਗੱਲ ਲਾਅ ਐਂਡ ਆਰਡਰ ਦੀ ਮੈਂ ਕਰਨ ਲੱਗਿਆ ਸੀ, ਪੰਜਾਬ ਦੀ ਤੇ ਨੂੰ ਦੀ। ਪੰਜਾਬ ਵਿੱਚ ਜਦੋਂ ਇੱਕ ਜਲੂਸ ਨਿਕਲਣ ਲੱਗਿਆ ਸੀਗਾ, ਅੰਮ੍ਰਿਤਪਾਲ ਹੋਰੀ ਤੇ ਉਹਨਾਂ ਦੇ ਸਾਥੀਆਂ ਨੇ ਵਹੀਰ ਸ਼ੁਰੂ ਕੀਤੀ ਸੀਗੀ, ਉਹਨਾਂ ਦੇ ਖਿਲਾਫ ਤਾਂ NSA ਰਿਵੋਕ ਕਰਕੇ ਸੈਂਟਰ ਨੇ ਰਾਤੋਂ ਰਾਤ ਜਹਾਜ਼ ਭੇਜਤਾ ਸੀ ਵੀ ਇਹਨਾਂ ਨੂੰ ਡਿਬਰੂਗੜ੍ਹ ਲੈ ਜਾਓ ਫੜ ਕੇ। ਪੰਜਾਬ ਸਰਕਾਰ ਨੇ NSA ਲਾਇਆ, ਸਟੇਟ ਗਵਰਨਮੈਂਟ ਲਾਉਂਦੀ ਹੈ, ਨਾਲ ਫੈਸਿਲਿਟੇਟ ਕੀਤਾ ਕੇਂਦਰ ਸਰਕਾਰ ਨੇ। ਓਵਰਨਾਈਟ ਬੰਦੇ ਚੱਕੇ ਤੇ ਤੁਸੀਂ ਡਿਬਰੂਗੜ੍ਹ ਭੇਜਤੇ। ਹਰਿਆਣਾ 'ਚ ਬੰਦੇ ਮਰ ਚੁੱਕੇ ਆ, ਪੰਜਾਬ 'ਚ ਕੋਈ ਮਰਿਆ ਨਹੀਂ ਸੀ, ਨਾ ਕੋਈ ਗੋਲੀ ਚੱਲੀ ਸੀਗੀ। ਹਰਿਆਣੇ 'ਚ ਹਫ਼ਤਾ ਪਹਿਲਾਂ ਬੰਦੇ ਮਰ ਚੁੱਕੇ ਆ, 10 ਦਿਨ ਪਹਿਲਾਂ। ਸਾਰਾ ਜ਼ਿਲ੍ਹਾ ਟੈਂਸ ਰਿਹਾ, ਹੁਣ ਫਿਰ ਟੈਨਸ਼ਨ ਚੱਲਦੀ ਕੱਲ ਨੂੰ। ਉੱਥੇ NSA ਵੀ ਨਹੀਂ ਲੱਗਦਾ। ਫਿਰ ਕਹਿੰਦੇ ਕਿ ਸਿਚੁਏਸ਼ਨ ਪੰਜਾਬ ਦੀ ਖਰਾਬ ਹੈ ਤੇ ਹਰਿਆਣਾ ਠੀਕ ਹੈ। ਇਹ ਡਬਲ ਸਟੈਂਡਰਡ ਵੀ ਨਾਲ ਚੱਲ ਰਹੇ ਹੈ ਪੰਜਾਬ 'ਚ। ਕੀ ਜਿਹੜਾ NSA ਹੈ ਮਾਈਨੋਰਿਟੀਜ਼ ਵਾਸਤੇ ਹੈ, ਨਾ ਮਾਈਨੋਰਿਟੀ ਡੋਮੀਨੇਟਡ ਸਟੇਟਸ ਵਾਸਤੇ ਹੈ, ਕਿ ਮੈਜੋਰਿਟੀ ਵਾਸਤੇ ਨਹੀਂ ਹੈ? ਕਿ ਇਹ NSA ਇਹ ਜਿਹੜੇ ਬਜਰੰਗ ਦਲ ਤੇ ਵਿਸ਼ਵ ਹਿੰਦੂ ਪਰਿਸ਼ਦ ਦੇ ਲੀਡਰ ਹੈਗੇ ਆ, ਇਹਨਾਂ ਤੇ ਨਹੀਂ ਲੱਗਣਾ ਚਾਹੀਦਾ? ਪੈਰਲਲ ਹੈ। ਅੱਜ ਇਹ ਕਹਿੰਦੇ ਵੀ ਅਸੀਂ ਯਾਤਰਾ ਦਾ ਬੈਨ ਕਰਤੀ, ਪਰ ਮੰਦਿਰਾਂ ਦੇ ਵਿੱਚ ਉਸ ਤਰ੍ਹਾਂ ਹੀ ਇਕੱਠ ਅਲਾਓ ਕਰਾਂਗੇ, ਕਿਉਂਕਿ ਇਕੱਠ ਤਾਂ ਰੋਕ ਨਹੀਂ ਸਕਦੇ। ਇਹ 4 ਦਿਨ ਵਾਸਤੇ ਇਕੱਠ ਕਿਉਂ ਹੈ ਇਹਨਾਂ ਦਿਨਾਂ ਦੇ ਵਿੱਚ? ਨਾਰਮਲ ਕਿਸੇ ਨੂੰ ਕੋਈ ਕਿਤੇ ਵੀ ਮੱਥਾ ਟੇਕਣ ਤੋਂ ਨਹੀਂ ਰੋਕਦਾ, ਲੇਕਿਨ ਖਾਸ ਮੌਕੇ ਤੇ ਜਦੋਂ ਇਹ ਟੈਨਸ਼ਨ ਜਾਣ ਕੇ ਕ੍ਰੀਏਟ ਕੀਤੀ ਜਾ ਰਹੀ ਹੈ, ਇਸ਼ੂ ਉਸ ਵੇਲੇ ਸਟੈਪ ਲੈਣ ਦਾ ਹੈ ਜੀ। ਸਰਕਾਰ ਹਾਲੇ ਵੀ ਆਪਣੀ ਢਿੱਲ ਦਿਖਾ ਰਹੀ ਹੈ। ਮੈਂ ਸਿੰਪਲ ਜੀ ਗੱਲ ਕਰਦਾ, ਜੇ ਪੰਜਾਬ ਵਾਸਤੇ NSA ਲੱਗ ਸਕਦਾ ਐਕਟਿਵਿਸਟ ਵਾਸਤੇ, ਤੇ ਹਰਿਆਣਾ ਜਾਂ ਮਨੀਪੁਰ ਦੇ ਵਿੱਚ ਕਿਉਂ ਨਹੀਂ? ਮਨੀਪੁਰ ਦੇ ਵਿੱਚ ਕਿੰਨੇ ਅਰੈਸਟ ਅੰਡਰ NSA ਹੋਏ? BJP ਰਨ ਸਟੇਟ ਹੈ। ਕੀ ਉੱਥੇ ਗਵਰਨਰ ਨੇ ਗੱਲ ਕੀਤੀ ਹੈ ਕਿ ਇੱਥੇ ਪ੍ਰੈਜ਼ੀਡੈਂਟ ਰੂਲ ਲੱਗਣਾ ਚਾਹੀਦਾ, ਰਿਕਮੈਂਡ ਕੀਤਾ? ਸੋ ਇਸ਼ੂਜ਼ ਵੱਡੇ ਹੈਗੇ। ਤੁਸੀਂ ਠੀਕ ਕਹਿ ਰਹੇ ਹੋ, ਪਰ ਇੱਕ ਧਿਰ ਇਸ ਗੱਲ ਦੀ ਘਾਟ ਇਵੇਂ ਵੀ ਕਰਦੀ ਹੈ ਕਿ ਇੱਕ ਦੇਸ਼ ਧਰੋਹ ਹੈ, ਇੱਕ ਵੱਖਰੇ ਦੇਸ਼ ਦੀ ਮੰਗ ਹੈ, ਦੂਜੇ ਬੰਨੇ ਫਿਰਕੂ ਦੰਗੇ ਆ। ਇਹਨਾਂ ਦੋਨਾਂ ਦਾ ਮੁਕਾਬਲਾ ਆਪਸ ਵਿੱਚ ਨਹੀਂ ਕੀਤਾ ਜਾ ਸਕਦਾ। ਇਸ ਕਰਕੇ NSA ਉੱਥੇ ਹੀ ਲਾਈ ਜਾਂਦੀ ਹੈ ਜਿੱਥੇ ਦੇਸ਼ ਦੇ ਖਿਲਾਫ ਬਗਾਵਤ ਦੀ ਗੱਲ ਹੋਵੇ। ਇਹ ਅਕਸਰ ਕਹਿ ਕੇ ਗੱਲ ਨੂੰ ਕਰਦਾ ਅੱਗੇ ਵਧਾਤਾ ਜਾਂਦਾ। ਨਹੀਂ, ਮੇਰੇ ਕੋਲ ਵੀ ਬੜੀ ਵਾਰੀ ਗੱਲ ਆ ਚੁੱਕੀ ਹੈ, ਇਹ ਕਵਰ ਅਪ ਹੈ ਕਿ ਇਹ ਜਿਹੜਾ ਕਮਿਊਨਿਜ਼ਮ ਹੈ, ਇਹ ਦੇਸ਼ ਨੂੰ ਵੰਡਣ ਦੀ ਗੱਲ ਨਹੀਂ ਹੈ, ਇਹ ਦੇਸ਼ ਤੋਂ ਘੱਟ ਹੈ। ਅੱਗੇ 47 ਦੇ ਵਿੱਚ ਜੇ ਮੁਲਕ ਵੰਡਿਆ ਗਿਆ ਸੀਗਾ ਤੇ ਕਮਿਊਨਲ ਫਿਰਕੂ ਸਿਆਸਤ ਨੇ ਵੰਡਿਆ ਸੀ। ਉਹੀ ਫਿਰਕੂ ਸਿਆਸਤ ਮਨੀਪੁਰ 'ਚ ਵੀ ਨਜ਼ਰ ਆ ਰਹੀ ਹੈ, ਤੇ ਉਹੀ ਫਿਰਕੂ ਸਿਆਸਤ ਨੂੰਹ ਦੇ ਵਿੱਚ ਪ੍ਰਗਟ ਹੋ ਰਹੀ ਹੈ। ਕਿ ਇਹ ਦੇਸ਼ ਧਰੋਹ ਨਹੀਂ ਹੈ? ਜੇ ਦੇਸ਼ ਧਰੋਹ ਹੈ, ਫਿਰ NSA ਨਾਲ ਕਿਉਂ ਨਹੀਂ ਲੱਗ ਸਕਦਾ? ਇਹ ਦੋਵੇਂ ਸਿਚੁਏਸ਼ਨ ਬਰਾਬਰ ਹੈਗੀ ਜੀ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ, ਸ਼ੁਕਰੀਆ।